वेलकम सत श्री अकाल जी। मैं हाँ हरजोत कौर ते तुहाडा सारिਆਂ ਦਾ स्वागत करदी हां तुहाडे अपने मनपसंद इमीग्रेशन शो उडारी विदेशा नूं। ते अज दा शो जी बहुत ही ज़्यादा खास रहण वाला है। एक तो असीं खास तौर ते यूके बारे तां गल करांगे ही, नाल दी नाल तुहानूं यूके भी लैके जावांगे। हुण तुसीं सोचदे होणे असीं तुहानूं यूके किवें लै जावांगे, ये तुहानूं शो दे विच अगे जाके पता चल जाएगा। ते उत्थों दे स्टूडेंट्स नाल भी तुहानूं मिलवावांगे। ते सब तो पहलां मैं तुहाडी मुलाकात करावांगी जी जो साडे अज दे शो दे मेहमान ने, ईजी वे कंसलटेंसी प्राइवेट लिमिटेड तो मिस्टर गुरतेज संधू जी साडे नाल मौजूद ने। बहुत बहुत स्वागत है जी। सत श्री अकाल। सत श्री अकाल जी। सत श्री अकाल सारिਆਂ ਨੂੰ जी। सब तो पहला तो यही जानना चाहांगे कि तुसीं हुणी जो है यूके जाके आए हो, उत्थे तुहाडे कई स्टूडेंट्स पहलां भी जा चुके ने, सो उन्हां नूं भी तुसीं मिल के आए हो, कई कॉलेज यूनिवर्सिटीज़ नाल भी नਵੇਂ तुहाडे टाई अप्स होए ने। किवें दा तुहाडा ओवरऑल यूके दा टूर रहा? देखो किसी भी कंट्री ਦੇ ਵਿੱਚ ਜਦੋਂ ਅਸੀਂ ਸਟੂਡੈਂਟ ਨੂੰ ਭੇਜਦੇ ਹਾਂ जी ਤੇ ਸਾਡੀ ਪਹਿਲੀ ਪ੍ਰੈਫਰੈਂਸ ਰਹਿੰਦੀ ਹੈ ਕਿ ਕਿਉਂ ਨਾ ਉੱਥੇ ਖੁਦ ਜਾ ਕੇ ਉਹਨੂੰ ਜੀ। ਐਕਸਪਲੋਰ ਕੀਤਾ ਜਾਵੇ, ਤਾਂ ਕਿ ਜਿੰਨਾ ਚਿਰ ਅਸੀਂ ਕਿਸੇ ਕੰਟਰੀ ਨੂੰ ਖੁਦ ਐਕਸਪਲੋਰ ਨਹੀਂ ਕਰਦੇ, ਖੁਦ ਉੱਥੇ ਪਹੁੰਚਦੇ ਨਹੀਂ ਆ, ਖੁਦ ਅਸੀਂ ਆਪਣੇ ਅੱਖੀਂ ਜਿਹੜੀਆਂ ਚੀਜ਼ਾਂ ਨਹੀਂ ਬਿਲਕੁਲ। ਦੇਖ ਲੈਂਦੇ, ਉਹਨਾਂ ਚਿਰ ਅਸੀਂ ਕਿਸੇ ਨੂੰ ਉਸ ਲੈਵਲ ਤੇ ਜਿਹੜਾ ਹੈ ਕੰਸਲਟ ਨਹੀਂ ਕਰ ਸਕਦੇ। बिल्कुल। ਇਸ ਵਜ੍ਹਾ ਕਰਕੇ ਜਿਹੜਾ ਹੈ ਅਸੀਂ ਇਹ ਪ੍ਰੋਗਰਾਮ ਬਣਾਇਆ ਕਿ ਅਸੀਂ ਯੂਕੇ ਖੁਦ ਵਿਜ਼ਿਟ ਕਰਾਂਗੇ, ਖੁਦ ਯੂਨੀਵਰਸਿਟੀ ਵਿਜ਼ਿਟ ਕਰਾਂਗੇ ਔਰ ਖੁਦ ਉੱਥੋਂ ਦੀ ਜਿਹੜਾ এনवायरमेंट ਦੇਖਾਂਗੇ, ਕੀ ਫੈਸਿਲਿਟੀਜ਼ ਮਿਲਦੀਆਂ ਨੇ ਉੱਥੇ ਜੀ। ਸਟੂਡੈਂਟਸ ਨੂੰ, ਕਿਸ ਤਰ੍ਹਾਂ ਸਟੂਡੈਂਟਸ ਉੱਥੇ ਰਹਿੰਦੇ ਨੇ, ਕੀ ਅਰਨਿੰਗ ਹੈਗੀ ਆ, ਕੀ ਸਟੂਡੈਂਟ ਜਿਹੜੇ ਨੇ ਉੱਥੇ ਆਪਣਾ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਤੀਤ ਕਰ ਰਹੇ ਨੇ। जी जी जी। ਇਹ ਸਭ ਚੀਜ਼ਾਂ ਦਾ ਜਿਹੜਾ ਹੈ ਪ੍ਰੋਪਰ ਤਰੀਕੇ ਨਾਲ ਸਮਝਣ ਲਈ ਜਿਹੜਾ ਹੈ ਅਸੀਂ ਇੱਕ ਟੂਰ ਯੂਕੇ ਦਾ ਰੱਖਿਆ ਸੀ, ਜਿਹੜਾ ਅਸੀਂ ਪ੍ਰੋਪਰ ਮੇਰੇ ਸਟਾਫ ਤੋਂ 3 ਲੋਕ ਜਿਹੜੇ ਨੇ ਉੱਥੇ ਗਏ ਸੀ ਯੂਕੇ, ਔਰ ਅਸੀਂ ਅਲੱਗ-ਅਲੱਗ ਯੂਨੀਵਰਸਿਟੀਆਂ ਨੂੰ ਆਬਜ਼ਰਵ ਕੀਤਾ, ਅਸੀਂ ਅਲੱਗ-ਅਲੱਗ ਜਿਹੜੇ ਕਾਲਜ ਵਿੱਚ ਗਏ ਔਰ ਅਸੀਂ ਜਿਹੜਾ ਹੈ ਉੱਥੇ ਅਲੱਗ-ਅਲੱਗ ਆਪਣੇ ਸਟੂਡੈਂਟਸ ਨੂੰ ਮਿਲੇ, ਜਿਹੜੇ 1 ਸਾਲ ਪਹਿਲਾਂ ਗਏ ਸੀ ਉਹਨਾਂ ਨੂੰ ਵੀ ਮਿਲੇ, ਜਿਹੜੇ ਨਵੇਂ ਗਏ ਸੀ ਉਹਨਾਂ ਨੂੰ ਵੀ ਮਿਲੇ। ਹਰ ਇੱਕ ਸਟੂਡੈਂਟ ਨੂੰ ਜਿਹੜਾ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਜੀ ਜੀ। ਕੀ ਤੁਹਾਡੀਆਂ ਹੋਪਸ ਨੇ ਅੱਗੇ ਯੂਕੇ ਨੂੰ ਲੈ ਕੇ, ਜਾਂ ਕਿਸ ਤਰ੍ਹਾਂ ਤੁਹਾਡੀ ਲਾਈਫ ਕੱਟ ਰਹੀ ਹੈ, ਕੀ ਤੁਸੀਂ ਆਪਣੇ ਸਪਾਊਸ ਨਾਲ ਇੱਥੇ ਆ ਕੇ ਖੁਸ਼ ਹੋ, ਕੀ ਜਿਨ੍ਹਾਂ ਦੀਆਂ ਫੈਮਲੀਜ਼ ਆਈਆਂ ਨੇ ਉਹ ਖੁਸ਼ ਨੇ, ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਇਹ ਉਹਨਾਂ ਸਟੂਡੈਂਟਸ ਦਾ ਅੱਗੇ ਫਿਊਚਰ ਕੀ ਹੈਗਾ, ਉਹ ਕੀ ਸੋਚ ਰਹੇ ਨੇ ਉੱਥੇ ਰਹਿ ਕੇ, ਕਿ ਉਹਨਾਂ ਦਾ ਕੀ ਹੋਪ, ਕੀ ਮਤਲਬ ਉਹਨਾਂ ਦਾ ਅੱਗੇ ਭਵਿੱਖ ਹੋਣ ਵਾਲਾ ਹੈ। ਇਹ ਸਭ ਚੀਜ਼ਾਂ ਜਿਹੜੀਆਂ ਨੇ ਅਸੀਂ ਯੂਕੇ ਜਾ ਕੇ ਐਕਸਪਲੋਰ ਕੀਤੀਆਂ ਤੇ ਉੱਥੇ ਡਿਸਕਸ ਕੀਤੀਆਂ ਜੀ। ਜਿਵੇਂ ਕਿ ਤੁਹਾਡੇ ਕਈ ਭੇਜੇ ਸਟੂਡੈਂਟਸ ਉੱਥੇ ਤੁਹਾਨੂੰ ਮਿਲੇ ਵੀ ਹੋਣਗੇ, ਤਾਂ ਉਹਨਾਂ ਦੀ ਜ਼ੁਬਾਨੀ ਜੇ ਤੁਸੀਂ ਐਕਸਪੀਰੀਅੰਸ ਉਹਨਾਂ ਦਾ ਸੁਣਦੇ ਹੋ, ਮਤਲਬ ਕੀ ਉਹਨਾਂ ਦਾ ਜ਼ਿਆਦਾ ਕਹਿਣਾ ਰਿਹਾ, ਜਾਂ ਪੜ੍ਹਾਈ ਦੀ ਆਪਾਂ ਗੱਲ ਕਰ ਲਈਏ, ਕੰਮਕਾਰ ਦੀ ਗੱਲ ਕਰ ਲਈਏ, ਕਿਵੇਂ ਦਾ ਐਕਸਪੀਰੀਅੰਸ ਉਹਨਾਂ ਦਾ? ਬਿਲਕੁਲ। ਦੇਖੋ ਜੀ, ਮੈਂ ਅਗਰ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਅਸੀਂ ਸਭ ਤੋਂ ਪਹਿਲਾਂ ਲੰਡਨ ਦੀ ਗੱਲ ਕਰਾਂਗੇ, ਕਿਉਂਕਿ ਲੰਡਨ ਦੇ ਵਿੱਚ ਜਦੋਂ ਅਸੀਂ ਪਹੁੰਚਦੇ ਹਾਂ ਤਾਂ ਅਸੀਂ ਜਿਹੜਾ ਸਭ ਤੋਂ ਜਿਹੜਾ ਫੇਮਸ ਇਲਾਕਾ ਹੈ ਆਪਣੇ ਪੰਜਾਬੀਆਂ ਦਾ ਉਹ ਹੈਗਾ ਹੈ ਸਾਊਥ ਹਾਲ ਜੀ। ਤੇ ਸਾਊਥ ਹਾਲ 'ਚ ਜਦੋਂ ਤੁਸੀਂ ਜਾਂਦੇ ਹੋ ਤਾਂ ਉਸੇ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਬਿਲਕੁਲ ਪੰਜਾਬ ਵਿੱਚ ਆ ਗਏ ਹੋ। ਔਰ ਮੈਂ ਤੁਹਾਡੇ ਨਾਲ ਕੁਝ ਫੋਟੋ ਵੀ ਸ਼ੇਅਰ ਕਰਾਂਗਾ ਜਿਹਦੇ ਵਿੱਚ ਪ੍ਰੋਪਰ ਪੰਜਾਬੀ ਵਿੱਚ ਹੀ ਲਿਖਿਆ ਹੋਇਆ ਹੈ ਜੀ ਆਇਆਂ ਨੂੰ। ਓਕੇ। ਤਾਂ ਇਟ ਮੀਨਸ ਕਿ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਈਜ਼ੀ ਹੈ ਉੱਥੇ ਰਹਿਣਾ। ਉਹਨਾਂ ਦੀ ਜਿਹੜੀਆਂ ਮਾਰਕੀਟਸ ਹੈਗੀਆਂ ਨੇ ਉੱਥੇ ਪ੍ਰੋਪਰ ਜਿਹੜੇ ਪੰਜਾਬੀ ਜੇ ਹੈਗੇ ਨੇ ਆਪਣੇ ਭਰਾ, ਉਹਨਾਂ ਨੇ ਸ਼ਾਪਸ ਉਹਨਾਂ ਦੀਆਂ ਓਪਨ ਕੀਤੀਆਂ ਹੋਈਆਂ ਨੇ ਉਹਨਾਂ ਨੇ। ਮਤਲਬ ਤੁਹਾਨੂੰ ਇਹ ਲੱਗਦਾ ਹੀ ਨਹੀਂ ਹੈ ਕਿ ਤੁਸੀਂ ਕਿਤੇ ਇਹੋ ਜਿਹੀ ਕੰਟਰੀ ਆਏ ਹੋ ਕਿ ਜਿੱਥੇ ਤੁਹਾਨੂੰ ਸਮਝਣਾ ਮੁਸ਼ਕਿਲ ਹੋਏਗਾ, ਆਪਣਾ ਪੰਜਾ ਲੱਗਦਾ। ਬਿਲਕੁਲ। ਤੇ ਸਾਡੇ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਸ ਇਲਾਕੇ 'ਚ ਰਹਿ ਰਹੇ ਨੇ ਸਾਊਥ ਹਾਲ ਦੇ ਨੇੜੇ, ਤਾਂ ਆਲੇ ਦੁਆਲੇ ਜਿਹੜੇ ਨੇ ਕੁਝ ਇਲਾਕੇ ਹੈਗੇ ਨੇ, ਔਰ ਇਹ ਹੀਥਰੋ 에ਅਰਪੋਰਟ ਤੋਂ ਬਿਲਕੁਲ ਨਜ਼ਦੀਕ ਹੈ। ਸਿਰਫ ਹੀ 10-15 ਮਿੰਟ ਦੀ ਡਰਾਈਵ ਤੇ ਜਿਹੜਾ ਹੈ ਇਹ ਜਗ੍ਹਾ ਆ ਜਾਂਦੀ ਹੈ। ਔਰ ਇੱਥੇ ਸਾਡੇ ਕਾਫੀ ਸਟੂਡੈਂਟ ਰਹਿੰਦੇ ਨੇ ਜਿਹੜੇ ਲੰਡਨ ਪੜ੍ਹਦੇ ਨੇ, ਉਹ ਵੀ ਇੱਥੇ ਰਹਿੰਦੇ ਨੇ। ਸਭ ਤੋਂ ਜਿਹੜੀ ਵਧੀਆ ਗੱਲ ਯੂਕੇ ਦੀ ਆ ਉਹ ਇਹ ਹੈਗੀ ਹੈ ਉਹਨਾਂ ਦੀਆਂ ਟ੍ਰੇਨਸ। ਉਹਨਾਂ ਦੀਆਂ ਟ੍ਰੇਨਸ ਬਹੁਤ ਹੀ ਵਧੀਆ ਨੇ, ਬਹੁਤ ਅੱਛੀਆਂ ਟ੍ਰੇਨਸ ਨੇ। ਤੁਸੀਂ ਕਿਸੇ ਵੀ ਯੂਨੀਵਰਸਿਟੀ ਪੜ੍ਹਦੇ ਹੋ, ਤੁਸੀਂ ਪੂਰੇ ਲੰਡਨ ਦੇ ਵਿੱਚ ਕਿਤੇ ਜਾਣਾ ਚਾਹੁੰਦੇ ਹੋ, ਬਾਈ ਟ੍ਰੇਨ ਤੁਸੀਂ ਇੱਕ ਪਾਸ ਬਣਦਾ ਤੁਹਾਡਾ, ਉਹ ਪਾਸ ਲੈ ਕੇ ਤੁਸੀਂ ਜਿਹੜਾ ਉਹਨਾਂ ਟ੍ਰੇਨਸ ਦੇ ਵਿੱਚ ਸਫ਼ਰ ਕਰ ਸਕਦੇ ਹੋ। ਔਰ ਉਹ ਟ੍ਰੇਨਸ ਬਹੁਤ ਹੀ ਫਾਸਟ ਟ੍ਰੇਨਸ ਹੈਗੀਆਂ ਨੇ। ਔਰ ਸਟੂਡੈਂਟਸ ਨੂੰ ਜਿਹੜਾ ਸਭ ਤੋਂ ਵਧੀਆ ਗੱਲ ਹੈ ਕਿ ਉੱਥੇ ਟਿਕਟ ਦੀ ਲੋੜ ਨਹੀਂ ਹੈ। ਜਿਹੜੇ ਤੁਹਾਡੇ ਕ੍ਰੈਡਿਟ ਕਾਰਡਸ ਹੁੰਦੇ ਨੇ ਜਾਂ ਤੁਹਾਡੇ ਪਾਸ ਬਣਦੇ ਨੇ, ਤੁਸੀਂ ਉਹ ਸਿਰਫ ਉਹਨੂੰ ਟੱਚ ਐਂਡ ਪੇ ਵਾਲਾ ਸਿਸਟਮ ਹੈ ਉਹਨਾਂ ਦਾ, ਔਰ ਉਹਦੇ ਬਿਹਾਫ ਤੇ ਤੁਸੀਂ ਜਿਹੜਾ ਹੈ ਉੱਥੇ ਕਿਸੇ ਵੀ ਟ੍ਰੇਨ 'ਚ ਟਰੈਵਲ ਕਰ ਸਕਦੇ ਹੋ। ਪ੍ਰੋਪਰ ਹਰ ਇੱਕ ਸਟੇਸ਼ਨ ਤੇ ਜਾਣਕਾਰੀ ਦਿੱਤੀ ਹੁੰਦੀ ਹੈ ਕਿ ਕਿਹੜੀ ਟ੍ਰੇਨ ਕਿੱਥੇ ਜਾਣੀ ਹੈ, ਕਿਹੜੀ ਟ੍ਰੇਨ ਕਿੱਥੇ ਜਾਣੀ ਹੈ। ਜਿੱਥੇ ਵੀ ਤੁਹਾਡੀ ਯੂਨੀਵਰਸਿਟੀ ਹੈ, ਮੈਂ ਯੂਨੀਵਰਸਿਟੀ ਵੈਸਟਮਿੰਸਟਰ ਗਿਆ, ਮੈਂ ਯੂਨੀਵਰਸਿਟੀ BPP ਗਿਆ, ਮੈਂ ਇਸ ਤੋਂ ਇਲਾਵਾ ਵੀ ਕਾਫੀ ਯੂਨੀਵਰਸਿਟੀ ਵਿਜ਼ਿਟ ਕੀਤੀਆਂ ਜਿਹੜੀਆਂ ਕਿ ਟ੍ਰੇਨ ਸਟੇਸ਼ਨ ਤੋਂ ਬਹੁਤ ਹੀ ਕਲੋਜ਼ ਸੀ। ਤੁਸੀਂ ਬੇਸ਼ੱਕ ਕਿਤੇ ਵੀ ਪੜ੍ਹਨ ਜਾਂਦੇ ਹੋ, ਤੁਸੀਂ ਅਗਰ ਉੱਥੇ ਉਤਰ ਕੇ ਤੁਸੀਂ ਕਿਸੇ ਵੀ ਯੂਨੀਵਰਸਿਟੀ 'ਚ ਵਿਜ਼ਿਟ ਕਰ ਸਕਦੇ ਹੋ, ਔਰ ਤੁਹਾਨੂੰ ਆਉਣ ਜਾਣ 'ਚ ਕੋਈ ਵੀ ਦਿੱਕਤ ਨਹੀਂ ਹੈ। ਕਿਤੇ ਵੀ ਤੁਸੀਂ ਲੰਡਨ 'ਚ ਕਿਸੇ ਵੀ ਕੋਨੇ 'ਤੇ ਰਹਿਣਾ ਚਾਹੁੰਦੇ ਹੋ, ਕਿਤੇ ਵੀ ਤੁਸੀਂ ਪੜ੍ਹਨਾ ਚਾਹੁੰਦੇ ਹੋ, ਤੁਸੀਂ ਈਜ਼ੀਲੀ ਪੜ੍ਹ ਸਕਦੇ ਹੋ। ਜੀ ਜੀ ਜੀ, ਬਿਲਕੁਲ। ਤੇ ਕਿਉਂਕਿ ਸਭ ਨੂੰ ਹੁੰਦਾ ਕਿ ਤੁਸੀਂ ਕਈ ਸਾਲਾਂ ਤੋਂ ਜੋ ਹੈ ਸਟੂਡੈਂਟਸ ਨੂੰ ਚੰਗੀ ਗਾਈਡੈਂਸ ਦੇ ਨਾਲ ਉਹਨਾਂ ਦਾ ਬਾਹਰ ਜਾਣ ਦਾ ਸੁਪਨਾ ਜੋ ਹੈ ਸਾਕਾਰ ਕਰਦੇ ਆ ਰਹੇ ਹੋ, ਤਾਂ इस वारी तुसी यूके जाके आए हो तो की नवी चीज़ स्टूडेंट्स ਲਈ कुछ अजिहा कोई कोर्स ਦੀ ਆਪਾਂ ਗੱਲ ਕਰੀਏ, कुछ कॉलेज ਦੀ ਗੱਲ ਕਰ ਲਈਏ ਤਾਂ ਕਿ ਜਿੱਥੇ ਉਹ ਸਟੂਡੈਂਟ ਜਾਣ ਉਹਨਾਂ ਨੂੰ ਬੈਨੀਫਿਟ ਹੋਰ ਵੀ ਮਿਲ ਸਕਣ?
ਦੇਖੋ ਮੈਂ ਜਿੰਨੇ ਵੀ ਅਸੀਂ ਸਟੂਡੈਂਟਸ ਨੂੰ ਮਿਲੇ ਆ ਉੱਥੇ ਕਾਫੀ ਸਟੂਡੈਂਟਸ ਨੂੰ ਮਿਲੇ, ਅਸੀਂ ਇਕੱਠੇ ਉਹਨਾਂ ਨਾਲ ਡਿਨਰ ਵੀ ਕੀਤਾ, ਬਹੁਤ ਵਾਰੀ ਬੈਠੇ ਵੀ ਅਸੀਂ ਉਹਨਾਂ ਨਾਲ, ਔਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਬੱਚਿਆਂ ਨਾਲ ਗੱਲ ਕੀਤੀ ਕਿ ਕੀ ਉਹਨਾਂ ਨੂੰ ਕੀ ਪਰੇਸ਼ਾਨੀਆਂ ਹੁੰਦੀਆਂ ਨੇ। ਦੇਖੋ ਜਿਹੜਾ ਸਟੂਡੈਂਟਸ ਪੜ੍ਹਨ ਵਾਲਾ ਹੈ ਉੱਥੇ ਕਲਾਸਿਸ 1-2 ਦਿਨ ਹੁੰਦੀਆਂ ਨੇ ਜੀ ਬਿਲਕੁਲ, ਕਿਉਂਕਿ ਮੇਰਾ ਇੱਕ ਸਟੂਡੈਂਟ ਟੀ ਸਾਈਡ ਵਿੱਚ ਪੜ੍ਹਦਾ ਹੈ ਤੇ ਉਹ ਲੰਡਨ ਤੋਂ ਰੈਗੂਲਰ ਜਿਹੜਾ ਉੱਥੇ ਟਰੈਵਲ ਕਰਦੀ ਹੈ ਉਹ ਲੜਕੀ। ਉਹ ਵੈਸੇ ਮੈਂ ਆਪਣੇ ਹਿਸਾਬ ਨਾਲ ਦੇਖਾਂ ਤਾਂ ਉੱਥੇ ਕੋਈ 150 ਦੇ ਕਿਲੋਮੀਟਰ ਦੇ ਆਸ-ਪਾਸ ਹੈ ਉਹ ਜਗ੍ਹਾ। ਬਟ ਉਹ ਲੜਕੀ ਨਾਲ ਜਦੋਂ ਮੇਰੀ ਗੱਲਬਾਤ ਹੋਈ ਤਾਂ ਉਹ ਕਹਿੰਦੇ ਨੇ ਕਿ ਅਸੀਂ ਜੀ ਮੇਰੀ ਫਰਾਈਡੇ ਕਲਾਸ ਹੁੰਦੀ ਹੈ ਔਰ ਸੈਟਰਡੇ 2 ਦਿਨ ਹੁੰਦੀ ਹੈ, ਤਾਂ ਇਟ ਮੀਨਸ ਤੁਹਾਡੀਆਂ ਸਿਰਫ 2 ਦਿਨ ਕਲਾਸਿਸ ਨੇ, ਬਾਕੀ ਦਿਨ ਉਹ ਬੱਚੇ ਕੰਮ ਕਰਦੇ ਨੇ। ਠੀਕ ਹੈ। ਔਰ ਜਿਹੜੇ ਵੀ ਉੱਥੇ ਕੰਮ ਕਰਦੇ ਨੇ ਉਹ ਘੱਟੋ ਘੱਟ ਮੈਂ ਜਿੰਨੇ ਵੀ ਮਿਲਿਆ ਹੈ 80 ਪਾਉਂਡ ਤੋਂ ਲੈ ਕੇ 100 ਪਾਉਂਡ ਹਰ ਇੱਕ ਸਟੂਡੈਂਟ ਕਮਾ ਰਿਹਾ, ਓਕੇ, ਜੋ ਕਿ ਬਹੁਤ ਹੀ ਵੱਡੀ ਰਕਮ ਹੈ। ਅਗਰ ਤੁਸੀਂ ਮਲਟੀਪਲਾਈ 100 ਨਾਲ ਕਰਦੇ ਹੋ ਤਾਂ ਮਤਲਬ 8000 ਤੋਂ ਲੈ ਕੇ 10000 ਜਿਹੜਾ ਹੈ ਤੁਸੀਂ ਹਰ ਰੋਜ਼ ਦਾ ਕਮਾ ਰਹੇ ਹੋ, ਬੇਸ਼ੱਕ ਤੁਸੀਂ ਸਟੂਡੈਂਟ ਹੋ। ਜੀ ਜੀ ਜੀ। ਔਰ ਉਸ ਤੋਂ ਬਾਅਦ ਤੁਸੀਂ ਪੜ੍ਹਾਈ ਤੇ ਵੀ ਧਿਆਨ ਦਿੰਦੇ ਹੋ, ਪੜ੍ਹਾਈ ਵੀ ਬਹੁਤ ਅੱਛੀ ਕਰ ਰਹੇ ਨੇ। ਮੈਨੂੰ ਬਹੁਤ ਵਧੀਆ ਲੱਗਿਆ ਕਿ ਉਹ ਸਟੂਡੈਂਟ ਨੇ ਕਿਹਾ ਕਿ ਸਰ ਅਸੀਂ ਤੁਹਾਡਾ ਤੇ ਨਾਮ ਰੋਸ਼ਨ ਕਰ ਰਹੇ ਹਾਂ, ਕਿਉਂਕਿ ਮੈਂ ਆਪਣੀ ਯੂਨੀਵਰਸਿਟੀ ਦੇ ਵਿੱਚ ਹਮੇਸ਼ਾ ਬਹੁਤ ਅੱਛੇ ਨੰਬਰ ਲੈ ਕੇ ਅੱਗੇ ਵਧ ਰਹੀ ਹਾਂ। ਔਰ ਮੈਨੂੰ ਬਹੁਤ ਵਧੀਆ ਲੱਗਿਆ। ਇੱਥੋਂ ਰੋਪੜ ਦੀ ਲੜਕੀ ਹੈ ਉਹ ਹਰਜਿੰਦਰ ਕੌਰ ਜੀ, ਤੇ ਉਹਦੇ ਨਾਲ ਮੇਰੀ ਗੱਲਬਾਤ ਹੋਈ ਤਾਂ ਮਤਲਬ ਬਹੁਤ ਵਧੀਆ ਲੱਗਿਆ ਜਦੋਂ ਸਟੂਡੈਂਟ ਇਦਾਂ ਦੇ ਮਿਲਦੇ ਨੇ ਕਿ ਉਹ ਤੁਹਾਡੇ ਲਈ ਬਹੁਤ ਅੱਛਾ ਕਰਦੇ ਨੇ ਜੀ। ਤਾਂ ਇਹ ਜੇਕਰ ਤੁਸੀਂ ਯੂਕੇ ਪੜ੍ਹਨਾ ਹੈ ਔਰ ਤੁਹਾਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਕਿ ਜੀ ਉੱਥੇ ਬਹੁਤ ਮੁਸ਼ਕਿਲ ਹੋਏਗਾ ਰਹਿਣਾ ਜਾਂ ਉੱਥੇ ਕੋਈ ਦਿੱਕਤ ਆ ਸਕਦੀ ਹੈ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਇਸ ਤੋਂ ਬਾਅਦ ਅਸੀਂ ਨਿਊ ਕਾਸਲ ਗਏ। ਨਿਊ ਕਾਸਲ 'ਚ ਮੈਂ ਕੁਝ ਸਾਡੀਆਂ ਫੈਮਲੀਜ਼ ਗਈਆਂ ਹੋਈਆਂ ਸੀ ਜਿਨ੍ਹਾਂ ਨੇ ਆਲਰੇਡੀ ਉੱਥੇ ਕਾਲਜ 'ਚ ਪੜ੍ਹ ਰਹੇ ਨੇ, ਉਹਨਾਂ ਦੇ ਸਪਾਊਸ ਉੱਥੇ ਨੇ, ਉਹਨਾਂ ਦੇ ਬੱਚੇ ਉੱਥੇ ਨੇ। ਅਸੀਂ ਉਹਨਾਂ ਨਾਲ ਵੀ ਟਾਈਮ ਬਿਤਾਇਆ ਔਰ ਉਹ ਬਹੁਤ ਹੀ ਜ਼ਿਆਦਾ ਹੈਪੀ ਨੇ। ਉਹ ਉਹਨਾਂ 'ਚੋਂ ਇੱਕ ਜਣਾ ਹੋਟਲ 'ਚ ਕੰਮ ਕਰਦਾ ਹੈ, ਇੱਕ ਉਹਨਾਂ ਦੀ ਵਾਈਫ ਹੈ ਕੋਈ ਪੀਜ਼ਾ ਹਟ ਦੇ ਵਿੱਚ ਪੀਜ਼ਾ ਸ਼ੌਪ ਤੇ ਲੱਗੇ ਹੋਏ ਨੇ। ਤੇ ਇਟ ਮੀਨਸ ਕਿ ਸਾਰੇ ਦੇ ਸਾਰੇ ਫੈਮਿਲੀ ਮੈਂਬਰ ਜਿਹੜੇ ਨੇ ਉਹ ਦੇ ਆਰ ਅਰਨਿੰਗ। ਤਾਂ ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਲਈ ਕਿੰਨੀ ਈਜ਼ੀ ਹੈਗੀ ਹੈ ਸਟੱਡੀ, ਉਹ ਕਿਸ ਤਰ੍ਹਾਂ ਇਸ ਸਟੱਡੀ ਨੂੰ ਜਿਹੜਾ ਹੈ ਕਰ ਰਹੇ ਨੇ। ਉਹ ਇਹ ਐਜ਼ ਏ ਫਨ ਮੈਂ ਕਹਾਂਗਾ ਕਿ ਉਹ ਸਟੱਡੀ ਕਰ ਰਹੇ ਨੇ। ਤੇ ਬਹੁਤ ਸੋਹਣਾ ਸਿਟੀ ਸੀ ਨਿਊ ਕਾਸਲ, ਬਹੁਤ ਹੀ ਵਧੀਆ ਲੱਗਿਆ ਉੱਥੇ ਜਾ ਕੇ। ਐਕਚੁਅਲ ਜਿਹੜੀ ਫੀਲਿੰਗ ਹੈਗੀ ਆ ਯੂਕੇ ਦੀ ਉਹ ਸਾਨੂੰ ਇਹਨਾਂ ਸਿਟੀਜ਼ ਤੋਂ ਆਉਂਦੀ ਹੈ। ਅਸੀਂ ਲੈਸਟਰ ਵਿਜ਼ਿਟ ਕੀਤਾ, ਯੂਨੀਵਰਸਿਟੀ ਲੈਸਟਰ ਵੀ ਦੇਖੀ, ਲਿੰਕਨ ਜਾ ਕੇ ਆਏ, ਤਾਂ ਬਹੁਤ ਸਾਰੀਆਂ ਸਿਟੀ ਨੂੰ ਐਕਸਪਲੋਰ ਕੀਤਾ। ਯੂਨੀਵਰਸਿਟੀ ਬ੍ਰੈਡਫੋਰਡਸ਼ਾਇਰ ਜਾ ਕੇ ਆਏ, ਠੀਕ ਹੈ ਜੀ। ਇਸ ਤੋਂ ਇਲਾਵਾ ਆਪਣਾ 2-3 ਹੋਰ ਯੂਨੀਵਰਸਿਟੀਜ਼ ਨੇ ਉੱਥੇ ਜਿਨ੍ਹਾਂ ਨੂੰ ਅਸੀਂ ਵਿਜ਼ਿਟ ਕੀਤਾ। ਇਹਨਾਂ ਸਭ ਦੇ ਐਕਸਪੀਰੀਅੰਸ ਤੋਂ ਸਾਨੂੰ ਪਤਾ ਲੱਗਿਆ ਕਿ ਕਿੰਨੀ ਵਧੀਆ ਸ਼ਾਂਤਮਈ ਜ਼ਿੰਦਗੀ ਹੈ ਔਰ ਕਿੰਨੀ ਵਧੀਆ ਤਰੀਕੇ ਨਾਲ ਕਿਵੇਂ ਦੇ ਟ੍ਰੈਫਿਕ ਰੂਲਸ ਨੇ, ਕਿਸ ਤਰ੍ਹਾਂ ਲੋਕ ਉੱਥੇ ਸਿਕਿਉਰ ਨੇ ਔਰ ਕਿਸ ਤਰ੍ਹਾਂ ਜਿਹੜਾ ਹੈ ਉਹ ਪ੍ਰੋਪਰ ਆਪਣੀ ਜਿਹੜੀ ਲਾਈਫ ਉੱਥੇ ਬਿਤਾ ਸਕਦੇ ਨੇ। ਔਰ ਬਿਲਕੁਲ ਵੀ ਸਾਡਾ ਐਕਸਪੀਰੀਅੰਸ ਜਿਹੜਾ ਹੈ ਕਹਿੰਦਾ ਹੈ ਕਿ ਤੁਸੀਂ ਇੱਕ ਦਿਨ ਵੀ ਉੱਥੇ ਭੁੱਖੇ ਨਹੀਂ ਮਰਨ ਵਾਲੇ। ਅਗਰ ਤੁਹਾਡੇ ਕੋਲ ਹੁਨਰ ਹੈ, ਤੁਸੀਂ ਮਿਹਨਤੀ ਹੋ, ਤਾਂ ਤੁਸੀਂ ਸਟੂਡੈਂਟ ਵੀਜ਼ਾ ਤੇ ਜਾ ਸਕਦੇ ਹੋ ਔਰ ਉੱਥੇ ਜਾ ਕੇ ਤੁਸੀਂ ਬੜੀ ਅੱਛੀ ਅਰਨਿੰਗ ਕਰ ਸਕਦੇ ਹੋ ਨਾਲ ਅੱਛਾ ਪੜ੍ਹ ਵੀ ਸਕਦੇ ਹੋ। ਮੇਰੇ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਹੁਣੇ ਪਿੱਛੇ ਹੀ ਕੰਪਲੀਟ ਕੀਤੀ ਆਪਣੀ ਐਜੂਕੇਸ਼ਨ ਔਰ ਬਹੁਤ ਹੈਪੀ ਨੇ, ਉਹਨਾਂ ਨੂੰ ਬੜੀ ਅੱਛੀ ਜਗ੍ਹਾ ਤੋਂ ਜੌਬਸ ਮਿਲੀਆਂ ਹੋਈਆਂ ਨੇ। ਮੈਂ ਇੱਕ ਸਟੂਡੈਂਟ ਦਾ ਮੇਰਾ ਨਾਮ ਹੈਗਾ ਚੰਦਰ ਮੋਹਨ, ਉਹ ਸਾਡੇ ਤੋਂ ਗਿਆ ਹੋਇਆ ਨਿਊ ਕਾਸਲ 'ਚ, ਉਹਨੇ ਮਾਸਟਰ ਕੀਤੀ ਹੈ। ਉਹ ਇੱਕ ਬਹੁਤ ਅੱਛੇ ਲੈਵਲ ਦੀ ਕੰਪਨੀ 'ਚ ਕੰਮ ਕਰਦਾ ਹੈ ਜਿਹੜੀ ਕਿ ਕੋਈ USA ਦੀ ਕੰਪਨੀ ਹੈ ਉੱਥੇ, ਔਰ ਉਸ ਏਰੀਆ ਦੇ ਵਿੱਚ ਉਹਨੂੰ ਬਹੁਤ ਹੀ ਅੱਛੀ ਸੈਲਰੀ ਮਿਲ ਰਹੀ ਹੈ। ਤੇ ਇਟ ਮੀਨਸ ਕਿ ਕਈ ਐਸੇ ਸਟੂਡੈਂਟ ਨੇ ਜਿਨ੍ਹਾਂ ਨੂੰ ਮਿਲ ਕੇ ਦਿਲ ਬਹੁਤ ਖੁਸ਼ ਹੋਇਆ ਕਿ ਵੀ ਇਹਨਾਂ ਸਟੂਡੈਂਟ ਦਾ ਜਿਹੜਾ ਹੈ ਅੱਗੇ ਫਿਊਚਰ ਬਹੁਤ ਵਧੀਆ ਹੈ। ਬਿਲਕੁਲ। ਤਾਂ ਇਸ ਕਰਕੇ ਅਗਰ ਤੁਸੀਂ ਆਪਣੀ ਫੈਮਿਲੀ, ਉਹ ਵੀ ਆਪਣੀ ਵਾਈਫ ਨਾਲ ਗਿਆ ਹੋਇਆ ਉੱਥੇ, ਉਹਦੀ ਵਾਈਫ ਅਲੱਗ ਤੋਂ ਕੰਮ ਕਰ ਰਹੀ ਹੈ, ਤੇ ਇਸ ਕਰਕੇ ਸਾਰੇ ਜਿਹੜੇ ਸਟੂਡੈਂਟ ਨੇ ਉਹ ਬਹੁਤ ਹੀ ਬੈਸਟ ਤਰੀਕੇ ਨਾਲ ਉੱਥੇ ਜਿਹੜੀ ਆਪਣੀ ਜ਼ਿੰਦਗੀ ਬਿਤਾ ਰਹੇ ਨੇ। ਜੀ 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 ਬਿਲਕੁਲ। ਸੋ ਇਹੀ ਇੱਕ ਚੰਗੇ ਕੰਸਲਟੈਂਟ ਦੀ ਪਹਿਚਾਣ ਹੁੰਦੀ ਹੈ ਕਿ ਸਿਰਫ ਸਟੂਡੈਂਟਸ ਨੂੰ ਭੇਜਣਾ ਹੀ ਮਕਸਦ ਨਹੀਂ ਹੈ, ਬਲਕਿ ਖੁਦ ਜਿਵੇਂ ਗੁਰਤੇਜ ਸੰਧੂ ਜੀ ਖੁਦ UK ਗਏ, ਆਪਣੇ ਸਟੂਡੈਂਟਸ ਨੂੰ ਮਿਲੇ ਨੇ ਉੱਥੇ ਜਾ ਕੇ ਜਿਨ੍ਹਾਂ ਨੂੰ ਇਹਨਾਂ ਨੇ ਭੇਜਿਆ। ਸੋ ਪੇਰੈਂਟਸ ਵੀ ਕੁਝ ਅਜਿਹਾ ਕੰਸਰਨ ਹੀ ਲੱਭ ਰਹੇ ਹੁੰਦੇ ਨੇ ਤਾਂ ਕਿ ਕੱਲ੍ਹ ਨੂੰ ਜਦ ਸਾਡੇ ਬੱਚੇ ਉੱਥੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਵੇ ਤਾਂ ਉਹਨਾਂ ਦੀ ਸੁਣਨ ਵਾਲਾ ਕੋਈ ਹੋਵੇ। ਸੋ ਜਿਵੇਂ ਕਿ ਮੈਂ ਪ੍ਰੋਗਰਾਮ ਦੀ ਸਟਾਰਟਿੰਗ ਵਿੱਚ ਤੁਹਾਨੂੰ ਕਿਹਾ ਸੀ ਕਿ ਅੱਜ ਦੇ ਸ਼ੋਅ ਦੌਰਾਨ ਆਪਾਂ ਤੁਹਾਨੂੰ UK ਵੀ ਘੁਮਾਵਾਂਗੇ। ਪ੍ਰੋਗਰਾਮ ਦਾ ਨਾਮ ਹੈ ਉਡਾਰੀ ਵਿਦੇਸ਼ਾਂ ਨੂੰ, ਤੇ ਅੱਜ ਆਪਾਂ ਉਡਾਰੀ UK ਦੀ ਲਗਾਣੀ ਹੈ। ਤੇ ਆਓ ਤੁਹਾਨੂੰ UK ਲੈ ਕੇ ਚੱਲਦੇ ਹਾਂ। ਤੇ ਗੁਰਤੇਜ ਸੰਧੂ ਜੀ UK ਗਏ ਸੀ, ਉੱਥੇ ਕਿਸ ਤਰੀਕੇ ਨਾਲ ਕਿੱਥੇ ਕਿੱਥੇ ਗਏ, ਕੁਝ ਝਲਕੀਆਂ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ ਹਾਂ ਤਾਂ ਕਿ ਤੁਸੀਂ ਵੀ ਉੱਥੋਂ ਬਾਰੇ ਹੋਰ ਜਾਣ ਸਕੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੱਜ ਰੋਪੜੋ ਕਾਲਜ ਦੇ ਵਿੱਚ ਆਇਆ ਔਰ ਇੱਥੇ ਅਸੀਂ ਜਿਹੜਾ ਹੈ ਕੈਂਪਸ, ਬਹੁਤ ਵੱਡਾ ਕੈਂਪਸ ਹੈ, ਅਸੀਂ ਸਾਰਾ ਕੈਂਪਸ ਦੇਖਿਆ ਔਰ ਇੱਥੇ ਬਹੁਤ ਹੀ ਅੱਛੀ ਓਪਰਚੁਨਿਟੀਜ਼ ਨੇ, ਬਹੁਤ ਅੱਛੇ ਕੋਰਸਿਸ ਨੇ। ਔਰ ਅਗਰ ਤੁਸੀਂ ਇੱਥੇ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰੋਪੜੋ ਕਾਲਜ ਦੇ ਵਿੱਚ ਬਹੁਤ ਹੀ ਘੱਟ ਫੀਸ ਦੇ ਨਾਲ, 1 ਈਅਰ ਦੀ ਫੀਸ ਬਹੁਤ ਘੱਟ ਹੈ, ਤੁਸੀਂ ਇੱਥੇ ਪੜ੍ਹ ਸਕਦੇ ਹੋ। ਔਰ even I'm with the marketing manager of this college and
tell you about this college, and should also appeal you to come to the Easy Way, because we are legal representative of this college. Yes, please go on. Hello, my name is Elizabeth. I work in the international office at Loughborough College. You are very welcome to our college. If you are interested, please contact our partners, Easyway Consultancy Private Limited, for any inquiries about our courses. You are very welcome. ਸੋ ਜੇਕਰ ਤੁਸੀਂ ਵੀ ਮਨ ਬਣਾ ਰਹੇ ਹੋ ਯੂਕੇ ਜਾਣ ਦਾ ਤੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਹੇ ਨੇ, ਤੁਸੀਂ ਇਸ ਉੱਪਰ ਕਾਲ ਕਰਕੇ ਈਜ਼ੀਵੇ ਕੰਸਲਟੈਂਸੀ ਤੋਂ ਜੋ ਹੈ ਸਲਾਹ ਲੈ ਸਕਦੇ ਹੋ। ਤੇ ਚੰਡੀਗੜ੍ਹ ਦੇ ਵਿੱਚ ਸੈਕਟਰ 17 ਵਿੱਚ ਇਹਨਾਂ ਦਾ ਆਫਿਸ ਹੈ, ਤੁਸੀਂ ਆਪਣੇ ਡਾਕੂਮੈਂਟਸ ਵੀ ਲੈ ਕੇ ਆਓ ਤੇ ਵਿਜ਼ਿਟ ਕਰੋ ਇੱਥੇ, ਤਾਂ ਕਿ ਚੰਗੇ ਤਰੀਕੇ ਨਾਲ ਤੁਹਾਡੀ ਪ੍ਰੋਫਾਈਲ ਦੇਖ ਕੇ ਸਮਝਿਆ ਜਾ ਸਕੇ ਕਿ ਤੁਸੀਂ ਕਦੋਂ ਕਿਵੇਂ ਕਿਹੜੇ ਕਾਲਜ ਲਈ ਅਪਲਾਈ ਕਰ ਸਕਦੇ ਹੋ। ਜੀ ਆਪਾਂ ਹੁਣ ਮੌਜੂਦਾ ਸਮੇਂ ਦੀ ਵੀ ਅਗਰ ਗੱਲ ਕਰ ਲਈਏ, ਹੁਣ ਜਿਹੜੇ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਤਾਂ ਉਹ ਸਟੂਡੈਂਟਸ ਦੇ ਲਈ ਬੈਸਟ ਓਪਰਚੁਨਿਟੀਜ਼ ਤੁਹਾਡੀ ਕੰਪਨੀ ਵੱਲੋਂ ਯੂਕੇ ਦੇ ਲਈ ਕਿਸ ਤਰ੍ਹਾਂ ਦੀਆਂ ਮਿਲ ਰਹੀਆਂ ਨੇ? ਬਿਲਕੁਲ ਜੀ, ਦੇਖੋ ਮੈਂ ਪਹਿਲੀ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਉੱਥੇ ਕੁਝ ਮੇਰੇ ਬੱਚੇ ਜਿਹੜੇ ਨਰਸਿੰਗ 'ਚ ਗਏ ਹੋਏ ਸੀ, ਮੈਨੂੰ ਜਿਹੜਾ ਬਾਅਦ ਵਿੱਚ ਹੁਣ ਯਾਦ ਆਇਆ ਕਿ ਮੈਂ ਉਹਨਾਂ ਨੂੰ ਮਿਲਿਆ, ਔਰ ਉਹਨਾਂ ਦੇ ਵਿੱਚੋਂ ਇੱਕ ਮੈਡਮ ਨੇ ਜਿਹੜੇ ਉੱਥੇ ਕੰਮ ਕਰਦੇ ਨੇ, ਔਰ ਉਹ ਹਸਪੀਟਲ ਜਿਹੜੇ ਕੰਮ ਕਰਦੇ ਨੇ 25 ਪਾਉਂਡ ਪਰ ਆਰ ਲੈ ਰਹੇ ਨੇ, 25 ਪਾਉਂਡ ਪਰ ਆਰ ਲੈ ਰਹੇ ਨੇ, ਔਰ 2 ਦਿਨ ਉਹ ਸਿਰਫ ਕੰਮ ਤੇ ਜਾਂਦੇ ਨੇ, ਬਾਕੀ ਆਪਣੀ ਸਟੱਡੀ ਤੇ ਕਰਦੇ ਨੇ। ਬਟ ਉਹ 25 ਪਾਉਂਡ ਪਰ ਆਰ ਮੀਨਸ ਹੈ ਕਿ 14 ਘੰਟੇ ਇੱਕ ਦਿਨ 'ਚ ਕੰਮ ਕਰਦੇ ਨੇ, ਔਰ ਇਹ ਇਸ ਤੋਂ ਵਧੀਆ ਚੀਜ਼ ਮੈਂ ਕਹਿੰਦਾ ਕਿ ਕੁਝ ਨਹੀਂ ਹੋ ਸਕਦੀ। ਅਗਰ ਤੁਸੀਂ ਐਜ਼ ਏ ਨਰਸ ਕੰਮ ਕਰ ਰਹੇ ਹੋ, ਤੁਸੀਂ ਜਾ ਕੇ ਉੱਥੇ ਹਾਇਰ ਸਟੱਡੀ ਲਈ ਜਾਣਾ ਚਾਹੁੰਦੇ ਹੋ ਤਾਂ ਉਹ ਬਹੁਤ ਹੀ ਵਧੀਆ ਚੀਜ਼ ਹੈ। ਉਹ ਆਪਣੇ ਹਸਬੈਂਡ ਤੇ ਬੱਚੇ ਨਾਲ ਗਏ ਸੀ, ਔਰ ਬਹੁਤ ਵਧੀਆ ਉਹਨਾਂ ਦਾ ਮੈਨੂੰ ਲੱਗਿਆ ਪ੍ਰੋਗਰਾਮ, ਕਿਉਂਕਿ ਉਹ ਸਭ ਤੋਂ ਵੱਧ ਪੇਡ ਸੀ। ਮੈਂ ਕਹਾਂਗਾ ਜਿਹਨਾਂ ਨੂੰ ਵੀ ਮਿਲਿਆ ਉਹ 25, ਉਹ ਕਹਿੰਦੇ ਕਿ ਮੇਰੀ ਹੌਲੀ ਹੌਲੀ ਜਿਹੜੀ ਆ 30 ਜਾਂ 35 ਪਾਉਂਡ ਪਰ ਆਰ ਵੀ ਹੋ ਜਾਏਗੀ ਮੇਰੀ ਜੌਬ। ਤਾਂ ਇਸ ਤਰ੍ਹਾਂ ਹਰ ਇੱਕ ਲੈਵਲ ਦੇ ਵਿੱਚ, ਹਰ ਇੱਕ ਮੈਂ ਕਹਾਂਗਾ ਡੂਰਿੰਗ ਤੁਸੀਂ ਅਗਰ ਕਿਤੇ ਵੀ ਕਿਸੇ ਵੀ ਸਟਰੀਮ ਦੇ ਵਿੱਚ ਜਾਣਾ ਪੜ੍ਹਨਾ ਚਾਹੁੰਦੇ ਹੋ, ਹਰ ਜਗ੍ਹਾ ਤੁਹਾਨੂੰ ਆਪਸ਼ਨ ਹੈਗੀਆਂ ਨੇ। ਹਸਪੀਟੈਲਿਟੀ ਦੀਆਂ ਬਹੁਤ ਆਪਸ਼ਨ ਹੈਗੀਆਂ ਨੇ। ਹਸਪੀਟੈਲਿਟੀ ਦੇ ਵਿੱਚ ਉੱਥੇ ਇੰਨੇ ਹੋਟਲ ਚੇਨਸ ਹੈਗੇ ਨੇ ਵਧੀਆ ਤੋਂ ਵਧੀਆ, ਜਿਹਦੇ 'ਚ ਮੇਰੇ ਬਹੁਤ ਸਾਰੇ ਸਟੂਡੈਂਟ ਕੰਮ ਕਰ ਰਹੇ ਨੇ। ਉਹਨਾਂ ਦੇ ਵਿੱਚ ਮੈਂ ਇੱਕ ਸਟੂਡੈਂਟ ਨੂੰ ਮਿਲਿਆ, ਉਹ ਕੋਈ ਟਿਮ ਹੋਟਲ ਚੇਨ ਹੈ ਉਹਨਾਂ ਦੀ, ਔਰ ਈਵਨ ਹੀ ਵਾਸ ਸੇਇੰਗ ਕਿ ਵੀ ਅਗਰ ਕੋਈ ਵੀ ਬੱਚਾ ਤੁਹਾਡਾ ਇੱਥੇ ਆਉਂਦਾ ਹੈ, ਸਾਨੂੰ ਉਹਨਾਂ ਦੀ ਜ਼ਰੂਰਤ ਹੈਗੀ ਆ। ਅਗਰ ਉਹ ਸਟੂਡੈਂਟ ਹੈਗੇ ਨੇ, ਉਹ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਨੇ, ਤਾਂ ਉਹ ਸਾਨੂੰ ਵੈਲਕਮ ਹੈ। ਅਗਰ ਉਹ ਸਾਨੂੰ ਤੁਸੀਂ ਸਾਨੂੰ ਦੱਸੋਗੇ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਨਾਲ ਪਾਰਟ ਟਾਈਮ ਕੰਮ ਵੀ ਦਿਆਂਗੇ। ਤਾਂ ਇਸ ਲਈ ਅਸੀਂ ਵੀ ਸੋਚਦੇ ਹਾਂ ਕਿ ਚਲੋ ਜਿਹੜਾ ਬੱਚਾ ਜਾਂਦਾ ਉਹਨੂੰ ਘੱਟੋ ਘੱਟ ਉੱਥੇ ਇੱਕ ਰਹਿਣ ਦਾ ਉਹਦਾ ਖਰਚਾ ਜਿਹੜਾ ਹੈਗਾ, ਜਾਂ ਉਹਦਾ ਜਿਹੜਾ ਕੁਛ ਇਨਕਮ ਹੈਗੀ ਅਗਲੀ ਫੀਸ ਜੋੜਨ ਦੀ, ਸਭ ਚੀਜ਼ਾਂ ਜਿਹੜੀਆਂ ਨੂੰ ਉੱਥੇ ਮਿਲ ਜਾਣ, ਤੇ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਤਲਬ ਜਿੰਨੇ ਵੀ ਸਟੂਡੈਂਟ ਸੀ ਉਹਨਾਂ ਸਭ ਨੇ ਹੀ ਬਹੁਤ ਅੱਛਾ ਦਿਖਾਇਆ ਸਾਨੂੰ ਕਿ ਉਹ ਬਹੁਤ ਵਧੀਆ ਨੇ ਉੱਥੇ, ਔਰ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਨੇ, ਬਹੁਤ ਘੱਟ ਫੀਸਾਂ ਨੇ ਉਹਨਾਂ ਦੀਆਂ, ਔਰ ਅਸੀਂ ਖੁਦ ਹੀ ਚੂਜ਼ ਕਰਦੇ ਹਾਂ ਉਹਨਾਂ ਸਟੂਡੈਂਟਸ ਨੂੰ ਕਿ ਵੀ ਸਾਡੇ ਜਿਹੜੇ ਸਟੂਡੈਂਟ ਨੇ ਉਹ ਜੈਨੂਇਨ ਤਰੀਕੇ ਨਾਲ ਜਾਣ, ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਔਰ ਉੱਥੇ ਜਾ ਕੇ ਵੀ ਪ੍ਰੋਬਲਮ ਨਾ ਹੋਵੇ। ਜੀ ਬਿਲਕੁਲ, ਕਿਉਂਕਿ ਵੈਸੇ ਵੀ ਅਸੀਂ ਨਾਰਮਲੀ ਦੇਖੀਏ ਸਟੂਡੈਂਟਸ ਦੀ ਇੱਛਾ ਹੀ ਹੁੰਦੀ ਹੈ ਕਿ ਅਸੀਂ ਸਟੱਡੀ ਵੀਜ਼ਾ ਤੇ ਤਾਂ ਜਾਈਏ, ਪਰ ਨਾਲ ਦੀ ਨਾਲ ਕੰਮ ਨੂੰ ਲੈ ਕੇ ਕੋਈ ਦਿੱਕਤ ਨਾ ਹੋਵੇ, ਅਸੀਂ ਕੰਮ ਕਰੀਏ, ਸਾਨੂੰ ਉੱਥੇ ਵਧੀਆ ਅਰਨਿੰਗ ਵੀ ਸਾਡੀ ਹੋਵੇ, ਅਸੀਂ ਆਪਣਾ ਖਰਚਾ ਵਧੀਆ ਕੱਢ ਸਕੀਏ। ਤਾਂ ਯੂਕੇ ਅੱਜ ਦੀ ਡੇਟ ਵਿੱਚ, ਜਿਵੇਂ ਅਸੀਂ ਤੁਹਾਡੇ ਤੋਂ ਪਹਿਲਾਂ ਵੀ ਸ਼ੋਜ਼ ਦੇ ਵਿੱਚ ਬਹੁਤ ਜਾਣਕਾਰੀ ਲੈਂਦੇ ਆ, ਮਤਲਬ ਯੂਕੇ ਅੱਜ ਦੀ ਡੇਟ ਵਿੱਚ ਬਹੁਤ ਇੱਕ ਅੱਛੀ ਆਪਸ਼ਨ ਹੈ। ਬਿਲਕੁਲ, ਤੁਸੀਂ ਖੁਦ ਸਾਰੇ ਦਰਸ਼ਕਾਂ ਨੇ ਵੀਡੀਓਜ਼ ਵੀ ਤੁਸੀਂ ਦੇਖ ਕੇ ਹਟੇ ਹੋਣੇ, ਉਸ ਤੋਂ ਬਾਅਦ ਵੀ ਤੁਹਾਨੂੰ ਅਸੀਂ ਥੋੜਾ ਹੋਰ ਕੁਝ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕਿ ਤੁਸੀਂ ਵੀ ਯੂਕੇ ਬਾਰੇ ਥੋੜਾ ਹੋਰ ਨਜ਼ਦੀਕੀ ਤੋਂ ਜਾਣ ਸਕੋ। ਕਿਉਂਕਿ ਅਕਸਰ ਇਹ ਹੁੰਦਾ ਕਿ ਅਸੀਂ ਸਟੂਡੀਓ ਵਿੱਚ ਬੈਠ ਕੇ, ਆਫਿਸ ਵਿੱਚ ਬੈਠ ਕੇ ਗੱਲਾਂ ਤਾਂ ਬਹੁਤ ਕਰਦੇ ਆ, ਪਰ ਜਦੋਂ ਖੁਦ ਅਸੀਂ ਆਪਣੇ ਸਾਹਮਣੇ ਵੇਖਦੇ ਹਾਂ ਚੀਜ਼ਾਂ ਨੂੰ ਤਾਂ ਜ਼ਿਆਦਾ ਬਿਲੀਵ ਹੁੰਦਾ ਹੈ। ਤਾਂ ਇੱਥੇ ਚੀਜ਼ਾਂ ਮੈਂ ਤੇ ਹੁਣ ਥੋੜਾ ਹੋਰ ਜਾਣਨਾ ਚਾਹੂੰਗੀ ਕਿ ਆਪਾਂ ਸਪਾਊਸ ਵੀਜ਼ੇ ਦੀ ਗੱਲ ਕਰ ਲਈਏ, ਨਾਲ ਆਇਲਸ ਸਕੋਰ ਰਿਕੁਆਇਰਮੈਂਟ ਦੀ ਗੱਲ ਕਰ ਲਈਏ, ਕਿਉਂਕਿ ਕੁਝ ਤਾਂ ਤੇ ਮਿਸਗਾਈਡ ਕਰ ਦਿੱਤਾ ਜਾਂਦਾ ਹੈ ਕਿ ਜਦ ਕਿ ਉਹ ਫੁੱਲਫਿਲ ਨਹੀਂ ਹੋ ਰਹੀ ਹੁੰਦੀ ਹੈ ਨਾ ਚੀਜ਼ਾਂ, ਤਾਂ ਉਹਨੂੰ ਆਪਾਂ ਥੋੜਾ ਕਲੀਅਰ ਕਰ ਦਈਏ ਤਾਂ ਕਿ ਜਿਹੜੇ ਦਰਸ਼ਕ ਸਾਡਾ ਮਨ ਬਣਾ ਰਹੇ ਨੇ ਯੂਕੇ ਲਈ ਅਪਲਾਈ ਕਰਨ ਲਈ ਉਹ ਪੂਰਾ ਕਰ ਸਕਣ। ਦੇਖੋ ਇਸ ਵਿਜ਼ਿਟ ਦੇ ਵਿੱਚ ਜਿਹੜੀਆਂ ਅਸੀਂ ਕੁਝ ਚੀਜ਼ਾਂ ਨਵੀਆਂ ਲੈ ਕੇ ਆਏ ਹਾਂ, ਕਿਉਂਕਿ ਬਹੁਤ ਦਿੱਕਤ ਸੀ ਸਟੂਡੈਂਟਸ ਨੂੰ ਜਿਹੜੇ ਪੰਜਾਬ ਹਰਿਆਣਾ ਤੋਂ ਨੇ, ਉਹਨਾਂ ਨੂੰ ਵਿਦਆਊਟ ਆਈਲੈਟਸ ਆਪਸ਼ਨ ਨਹੀਂ ਮਿਲਦੀਆਂ। ਤਾਂ ਇਸ ਕਰਕੇ ਸਾਡੇ ਕੋਲ ਲੋਬਰੋ ਕਾਲਜ ਹੈ, ਜਿਹਦੇ ਵਿੱਚ ਲੋਬਰੋ 'ਚ ਤੁਸੀਂ ਪੜ੍ਹ ਸਕਦੇ ਹੋ, ਔਰ ਬਹੁਤ ਹੀ ਬੈਸਟ ਕਾਲਜ ਹੈ। ਮੈਂ ਤੁਹਾਨੂੰ ਉਹਦੀ ਪ੍ਰੋਪਰ ਫੋਟੋਜ਼ ਐਂਡ ਵੀਡੀਓ ਵੀ ਸ਼ੇਅਰ ਕਰਾਂਗੇ। ਔਰ ਉਹਦੇ ਵਿੱਚ ਤੁਸੀਂ 75% ਅਗਰ ਤੁਹਾਡੇ ਇੰਗਲਿਸ਼ ਵਿੱਚੋਂ ਮਾਰਕਸ ਹੈਗੇ ਨੇ, ਔਰ ਓਵਰਆਲ 70% ਹੈਗੇ ਨੇ, ਔਰ ਤੁਸੀਂ 2021 ਪਾਸ ਆਊਟ ਹੋ, ਤਾਂ ਤੁਸੀਂ ਉਹਦੇ 'ਚ ਵਿਦਆਊਟ ਆਈਲੈਟਸ ਐਡਮਿਸ਼ਨ ਲੈ ਸਕਦੇ ਹੋ।
ਔਰ ਤੁਹਾਨੂੰ 100% ਵੀਜ਼ਾ ਦੀ ਗਾਰੰਟੀ ਹੈ, ਕਿਉਂਕਿ ਉੱਥੇ ਜਿਹੜਾ ਹੈ ਗਵਰਨਮੈਂਟ ਫੰਡਡ ਕਾਲਜ ਹੈ, ਗਵਰਨਮੈਂਟ ਫੰਡਡ ਕਾਲਜ ਹੈ। ਔਰ ਤੁਹਾਨੂੰ ਜਿਹੜੀ ਡਿਗਰੀ ਮਿਲਣ ਜਾ ਰਹੀ ਹੈ ਉਹ ਵੀ ਤੁਹਾਨੂੰ ਪ੍ਰੋਪਰ ਜਿਹੜੀ ਹੈ ਯੂਨੀਵਰਸਿਟੀ ਤੋਂ ਮਿਲਣੀ ਜਾ ਰਹੀ ਹੈ। ਅਗਰ ਮੈਂ ਵਿਦ ਆਇਲਸ ਦੀ ਗੱਲ ਕਰਾਂ ਤਾਂ ਇਸ ਤੋਂ ਇਲਾਵਾ ਲਿੰਕਨ ਹੈ, ਲੈਸਟਰ ਹੈ, BPP ਯੂਨੀਵਰਸਿਟੀ ਹੈ, ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕਾਫੀ ਪ੍ਰੋਡਕਟ ਨੇ। ਯੂਨੀਵਰਸਿਟੀ ਆਫ ਵੈਸਟ ਇੰਗਲੈਂਡ ਹੈ ਜਿੱਥੇ ਅਸੀਂ ਖੁਦ ਜਾ ਕੇ ਆਏ ਹਾਂ। ਇਸ ਤੋਂ ਇਲਾਵਾ ਨਿਊਕਾਸਲ ਕਾਲਜ ਹੈ। ਇਸ ਤੋਂ ਇਲਾਵਾ ਹੋਰ ਕਾਫੀ ਯੂਨੀਵਰਸਿਟੀਜ਼ ਹੈਗੀਆਂ ਨੇ ਜਿੱਥੇ ਸਾਡੇ ਕੋਲ ਡਾਇਰੈਕਟ ਟਾਈ ਅਪ ਹੈਗੇ ਨੇ। ਸੋਲੈਂਡ ਯੂਨੀਵਰਸਿਟੀ ਹੈ। ਇਹਨਾਂ ਸਭ ਦੇ ਵਿੱਚ ਅਗਰ ਤੁਸੀਂ ਐਡਮਿਸ਼ਨ ਲੈਣੀ ਹੈ ਤਾਂ ਜਿਹੜਾ ਵਿਦ ਆਇਲਸ ਦਾ ਕ੍ਰਾਈਟੇਰੀਆ ਹੈਗਾ ਉਹ ਘੱਟੋ ਘੱਟ 6 ਬੈਂਡ ਨੋ ਲੈਸ ਦੈਨ 5.5 ਬੈਂਡ ਹੈਗਾ। ਔਰ ਅਗਰ ਵਿਦਆਊਟ ਆਇਲਸ ਹੈ ਤਾਂ ਤੁਹਾਨੂੰ ਪੰਜਾਬ ਹਰਿਆਣਾ ਬੋਰਡ ਤੁਹਾਨੂੰ ਮੈਂ ਅਲੱਗ ਤੋਂ ਦੱਸ ਰਿਹਾ, ਉਹਦੇ 'ਚ 80% ਜਾਂ 75% ਇੰਗਲਿਸ਼ ਦੇ ਵਿੱਚ ਮਾਰਕਸ ਦੇ ਨਾਲ ਤੁਸੀਂ ਜਾ ਸਕਦੇ ਹੋ। ਔਰ ਤੁਹਾਡੇ +2 ਵਾਲਾ ਬੱਚਾ ਜਿਹੜਾ ਹੈ ਉਹਦੇ ਲਈ 20-21 ਪਾਸ ਆਊਟ ਹੀ ਚਾਹੀਦਾ ਹੈ ਵਿਦਆਊਟ ਆਇਲਟਸ। ਅਦਰਵਾਈਜ਼ ਆਇਲਟਸ ਦੇ ਨਾਲ ਤਾਂ 19-20-21 ਪਾਸ ਆਊਟ ਵੀ ਚੱਲ ਜਾਏਗਾ। ਔਰ ਜਿਹੜਾ ਮਾਸਟਰ ਲਈ ਬੱਚਾ ਜਾ ਰਿਹਾ ਉਹਦਾ 4-5 ਸਾਲ ਦਾ ਗੈਪ ਵੀ ਐਕਸੈਪਟੇਬਲ ਹੈਗਾ। ਇਹ ਸਭ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਐਡਮਿਸ਼ਨ ਦਿਲਾ ਸਕਦੀਆਂ ਨੇ। ਔਰ ਤੁਸੀਂ ਸਾਡੀ ਜਿਹੜੀ ਟੀਮ ਹੈਗੀ ਆ ਪ੍ਰੋਪਰ ਉਹਨਾਂ ਨੂੰ ਗਾਈਡੈਂਸ ਮਿਲਦੀ ਆ, ਪ੍ਰੋਪਰ ਅਸੀਂ ਉਹਨਾਂ ਨੂੰ ਹਰ ਇੱਕ ਚੀਜ਼ ਦੀ ਪ੍ਰੋਪਰ ਟ੍ਰੇਨਿੰਗ ਦਿੰਦੇ ਆ। ਕਾਉਂਸਲਰ ਬਹੁਤ ਮੈਚੁਰ ਨੇ, ਤੁਸੀਂ ਆਪ ਆ ਕੇ ਗੱਲਬਾਤ ਕਰ ਸਕਦੇ ਹੋ। ਤੁਸੀਂ ਜਿਹੜਾ ਐਕਚੁਅਲ ਜਿਹੜਾ ਫੀਲ ਹੁੰਦਾ ਹੈ ਇੱਕ ਕੰਸਲਟੈਂਟ ਕਿਸ ਤਰ੍ਹਾਂ ਤੁਹਾਨੂੰ ਗਾਈਡ ਕਰ ਸਕਦਾ ਉਹ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ। ਔਰ ਤੁਸੀਂ ਇੱਕ ਵਾਰੀ ਸਾਨੂੰ ਜ਼ਰੂਰ ਵਿਜ਼ਿਟ ਕਰੋ ਤਾਂ ਕਿ ਤੁਹਾਨੂੰ ਤੁਹਾਡੇ ਦਿਲ 'ਚ ਜੋ ਵੀ ਵਹਿਮ ਹੈਗੇ ਨੇ ਜਾਂ ਤੁਸੀਂ ਕਿਸੇ ਹੋਰ ਕੰਸਲਟੈਂਟ ਨੂੰ ਮਿਲੇ ਹੋ ਕਿ ਉੱਥੇ ਕੋਈ ਦਿੱਕਤ ਤਾਂ ਨਹੀਂ ਆ ਰਹੀ, ਉਹ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਬੇਸ਼ੱਕ ਤੁਸੀਂ ਸਾਡੇ ਤੋਂ ਵੀਜ਼ਾ ਲਗਵਾਉਣਾ ਜਾਂ ਨਹੀਂ ਲਗਵਾਉਣਾ ਉਹ ਬਾਅਦ ਦੀ ਗੱਲ ਆ, ਪਰ ਐਕਚੁਅਲ ਰਿਐਲਿਟੀ ਦੇ ਵਿੱਚ ਅਗਰ ਤੁਸੀਂ ਇੱਕ ਅੱਛੇ ਕੰਸਲਟੈਂਟ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਜ਼ਰੂਰ ਆਓ ਔਰ ਤੁਹਾਨੂੰ ਅਸੀਂ ਦੱਸਾਂਗੇ ਕਿ ਵੀਜ਼ਾ ਜਿਹੜਾ ਹੈ ਕਿਸ ਤਰ੍ਹਾਂ ਤੁਸੀਂ ਬੈਸਟ ਤਰੀਕੇ ਨਾਲ ਲੈ ਸਕਦੇ ਹੋ। ਜੀ ਬਿਲਕੁਲ। ਤੇ ਇੱਥੇ ਮੈਂ ਥੋੜਾ ਪੁਆਇੰਟ ਡਿਸਕਸ ਕਰਨਾ ਚਾਹੂੰਗੀ ਜਿਹੜਾ ਤੁਸੀਂ ਕਿ ਵਿਦਆਊਟ ਆਇਲਸ ਵਾਲਾ, ਕਿਉਂਕਿ ਵਾਕਈ ਇਹ ਸਟੂਡੈਂਟਸ ਦੀ ਇੱਕ ਪਹਿਲੀ ਖੁਆਇਸ਼ ਹੁੰਦੀ ਹੈ, ਖਾਸ ਤੌਰ ਤੇ ਉਹ ਜੋ ਆਪਣਾ ਡਿਜ਼ਾਇਰ ਸਕੋਰ ਅਚੀਵ ਨਹੀਂ ਕਰ ਪਾ ਰਹੇ ਹੁੰਦੇ ਕਿ ਸਾਨੂੰ ਵਿਦਆਊਟ ਆਇਲਸ ਕੋਈ ਚੰਗੀ ਆਪਸ਼ਨ ਮਿਲ ਜੇ। ਅੱਜ ਯੂਕੇ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਕਿਤੇ ਨਾ ਕਿਤੇ ਤੁਸੀਂ ਤਾਂ ਕਈ ਸਾਲਾਂ ਤੋਂ ਜੋ ਹੈ ਸਟੂਡੈਂਟਸ ਨੂੰ ਬੜੇ ਭਰੋਸੇ ਦੇ ਨਾਲ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਵਾ ਰਹੇ ਹੋ। ਸਟੂਡੈਂਟਸ ਤੁਹਾਡੇ ਤੋਂ ਗਏ ਵੀ ਨੇ ਯੂਕੇ ਨਾ, ਪਰ ਕੁਝ ਜੋ ਹੈ ਮਿਸਗਾਈਡ ਸਟੂਡੈਂਟਸ ਨੂੰ ਵਿਦਆਊਟ ਆਇਲਸ ਦੇ ਨਾਮ ਤੋਂ ਕਰ ਦਿੰਦੇ ਨੇ। ਤਾਂ ਇੱਥੇ ਮੈਂ ਜਾਣਨਾ ਚਾਹੂੰਗੀ ਕਿ ਕਿਵੇਂ ਸਟੂਡੈਂਟਸ ਨੂੰ ਇਸ ਚੀਜ਼ ਦੀ ਪਹਿਚਾਣ ਹੋਣੀ ਚਾਹੀਦੀ ਹੈ ਚਾਹੇ ਕਿਸੇ ਵੀ ਕੰਸਲਟੈਂਟ ਕੋਲ ਜਾਣ। ਬਿਲਕੁਲ ਜੀ, ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਜਿੰਦੇ 'ਚ ਮਿਸਗਾਈਡੈਂਸ ਇਹ ਹੈਗੀ ਹੈ ਕਿ ਜੀ 40% ਵਾਲਾ ਵੀ ਚੱਲੇਗਾ, 45% ਇੰਗਲਿਸ਼ ਵਾਲਾ ਵੀ ਚੱਲੇਗਾ ਜੀ, 60% ਵਾਲਾ ਵੀ ਚੱਲੇਗਾ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹੁਣ ਬਿਲਕੁਲ ਜਿਹੜੀਆਂ ਮੈਂ ਕਹਾਂਗਾ ਕਿ ਦਿੱਕਤ ਹੈ ਇਹਨਾਂ ਚੀਜ਼ਾਂ ਦੇ ਵਿੱਚ। ਇਨਸੀਡੈਂਟ ਮੈਂ ਤੁਹਾਨੂੰ ਦੱਸਣਾ ਇੱਕ ਸ਼ੇਅਰ ਕਰਨਾ ਚਾਹਾਂਗਾ ਕਿ ਮੈਂ ਜਦੋਂ ਯੂਕੇ ਇਮੀਗ੍ਰੇਸ਼ਨ ਕਲੀਅਰ ਕਰਨ ਲਈ ਗਿਆ ਤਾਂ ਜਿਹੜਾ ਆਫੀਸਰ ਸੀ ਇਮੀਗ੍ਰੇਸ਼ਨ ਆਫੀਸਰ, ਤਾਂ ਉਹਨੇ ਮੇਰੇ ਤੋਂ ਪੁੱਛਿਆ ਕਿ ਤੁਹਾਡੀ ਕੀ ਡੈਜ਼ਿਗਨੇਸ਼ਨ ਹੈ ਜਾਂ ਤੁਸੀਂ ਕੀ ਕੰਮ ਕਰਦੇ ਹੋ। ਮੈਂ ਉਹਨੂੰ ਦੱਸਿਆ ਕਿ ਅਸੀਂ ਇਹ ਕੰਮ ਕਰਦੇ ਹਾਂ ਤੇ ਵੀ ਆਰ ਵਰਕਿੰਗ ਐਜ਼ ਅ ਕੰਸਲਟੈਂਟ ਔਰ ਸਾਡਾ ਇਹ ਪੇਸ਼ਾ ਹੈ, ਅਸੀਂ ਸਟੂਡੈਂਟ ਨੂੰ ਗਾਈਡ ਕਰਦੇ ਹਾਂ। ਤਾਂ ਉਹਨੇ ਸਾਨੂੰ ਸ਼ੇਅਰ ਕੀਤਾ ਕਿ ਦੇਖੋ ਬਹੁਤ ਸਾਰੇ ਸਟੂਡੈਂਟ ਆਉਂਦੇ ਨੇ ਜਿਹੜੇ ਇੱਥੇ ਡੁਪਲੀਕੇਟ ਡਾਕੂਮੈਂਟ ਨਾਲ ਆਉਂਦੇ ਨੇ ਜਾਂ ਜਿਹੜੇ ਹੈਗੇ ਨੇ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਤਾਂ ਉਹਨਾਂ ਨੇ ਮੈਨੂੰ ਪ੍ਰੋਪਰ ਇੱਕ ਰਿਕੁਐਸਟ ਕੀਤੀ ਕਿ ਪਲੀਜ਼ ਇੱਦਾਂ ਦੇ ਸਟੂਡੈਂਟ ਜਿਹੜੇ ਸਾਨੂੰ ਨਾ ਭੇਜੋ। ਅਗਰ ਕੋਈ ਇੱਦਾਂ ਦਾ ਸਟੂਡੈਂਟ ਤੁਸੀਂ ਭੇਜ ਰਹੇ ਹੋ, ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਅਸੀਂ ਜੈਨੂਅਨ ਸਟੂਡੈਂਟ 'ਤੇ ਹੀ ਕੰਮ ਕਰਦੇ ਹਾਂ। ਬਟ ਉਹਨਾਂ ਨੇ ਫਿਰ ਵੀ ਹੋਰ ਬਹੁਤ ਸਾਰੇ ਕੰਸਲਟੈਂਟ ਦੇ ਐਕਸਪੀਰੀਅੰਸ ਤੋਂ ਕਿਹਾ ਕਿ ਦੇਖੋ ਪੰਜਾਬ ਐਂਡ ਹਰਿਆਣਾ ਦੇ ਸਟੂਡੈਂਟ ਜਿਹੜੇ ਨੇ ਸਾਨੂੰ ਇੱਥੇ ਦਿੱਕਤ ਕਰਦੇ ਨੇ ਜਾਂ ਪ੍ਰੋਬਲਮ ਹੁੰਦੀ ਹੈ ਕਿ ਉਹ ਜੈਨੂਅਨ ਨਹੀਂ ਆਉਂਦੇ। ਤਾਂ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਸਾਰੇ ਹੀ ਏਜੰਟ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੈਨੂਅਨ ਸਟੂਡੈਂਟ ਹੀ ਆਵੇ ਜਿਹੜਾ ਪ੍ਰੋਪਰ ਸਪੀਕਿੰਗ ਹੋਵੇ, ਪ੍ਰੋਪਰ ਇੰਗਲਿਸ਼ ਹੁੰਦੀ ਹੋਵੇ ਉਹਨੂੰ, ਔਰ ਇਹ ਸਭ ਚੀਜ਼ਾਂ ਜ਼ਰੂਰੀ ਨੇ। ਤਾਂ ਇਸ ਕਰਕੇ ਤੁਸੀਂ ਅਗਰ ਜੈਨੂਅਨ ਸਟੂਡੈਂਟ ਹੋ ਔਰ ਜੈਨੂਅਨ ਤਰੀਕੇ ਨਾਲ ਜਾਣਾ ਚਾਹੁੰਦੇ ਹੋ, ਬੇਸ਼ੱਕ ਵਿਦਆਊਟ ਆਇਲਸ ਹੈ, ਕੋਈ ਦਿੱਕਤ ਨਹੀਂ ਹੈ ਵਿਦਆਊਟ ਆਇਲਸ ਵਿੱਚ, ਬਟ ਸਪੀਕਿੰਗ ਹੋਣੀ ਬਹੁਤ ਜ਼ਰੂਰੀ ਹੈ। ਤਾਂ ਹੀ ਤੁਸੀਂ ਇੱਕ ਅੱਛੇ ਕਾਲਜ ਜਾਂ ਇੱਕ ਅੱਛੀ ਯੂਨੀਵਰਸਿਟੀ ਤੋਂ ਡਿਗਰੀ ਲੈ ਸਕਦੇ ਹੋ ਔਰ ਤੁਸੀਂ ਅੱਗੇ ਆਪਣਾ ਜਿਹੜਾ ਹੈ ਫਿਊਚਰ ਉਹਨੂੰ ਉਸ ਤਰੀਕੇ ਨਾਲ ਬਣਾ ਸਕਦੇ ਹੋ। ਬਿਲਕੁਲ ਸਹੀ ਤੁਸੀਂ ਗੱਲ ਕਹੀ। ਤੇ ਅਸੀਂ ਵੀ ਮੈਨੂੰ ਲੱਗਦਾ ਹਰ ਸ਼ੋਅ ਦੇ ਵਿੱਚ ਇਹ ਗੱਲ ਜ਼ਰੂਰ ਦੁਹਰਾਉਂਦੇ ਹਾਂ ਕਿ ਜੇਕਰ ਤੁਸੀਂ ਮਨ ਬਣਾਇਆ ਹੀ ਹੈ ਇੰਗਲਿਸ਼ ਕੰਟਰੀ ਵਿੱਚ ਜਾਣ ਦਾ ਤਾਂ ਤੁਹਾਨੂੰ ਉਹ ਸਪੀਕਿੰਗ ਵੀ ਜ਼ਰੂਰ ਸਹੀ ਹੋਣਾ ਚਾਹੀਦਾ ਤਾਂ ਕਿ ਤੁਸੀਂ ਕਮਿਊਨੀਕੇਟ ਕਰ ਸਕੋ। ਜਿੱਥੇ ਵੀ ਤੁਸੀਂ ਕੰਮ ਕਰਨਾ, ਪੜ੍ਹਾਈ ਕਰਨੀ ਹੈ, ਤੁਹਾਨੂੰ ਕੋਈ ਦਿੱਕਤ ਨਾ ਆਵੇ। ਸੋ ਇਸ ਲਈ ਇੰਗਲਿਸ਼ ਲੈਂਗੁਏਜ ਤੋਂ ਭੱਜਿਆ ਨਾ ਕਰੋ, ਬਲਕਿ ਉਸਨੂੰ ਹੋਰ ਜ਼ਿਆਦਾ ਚੰਗੀ ਤਰ੍ਹਾਂ ਸਿੱਖੋ ਤਾਂ ਕਿ ਤੁਹਾਨੂੰ ਅੱਗੋਂ ਜਾ ਕੇ ਕੋਈ ਪ੍ਰੋਬਲਮ ਨਾ ਆਵੇ। ਬਿਲਕੁਲ। ਤੇ ਜਿਵੇਂ ਪਹਿਲਾਂ ਹੁਣ ਤੁਸੀਂ ਨਰਸਿੰਗ ਪ੍ਰੋਫੈਸ਼ਨ ਦੀ ਗੱਲ ਕੀਤੀ ਸੀ ਤਾਂ ਮੈਂ ਇੱਥੋਂ ਉਸ ਬਾਰੇ ਵੀ ਆਪਾਂ ਡਿਟੇਲ 'ਚ ਅਗਰ ਜਾਣੀ, ਕਿਉਂਕਿ ਅਸੀਂ ਸਾਰੇ ਜਾਣਦੇ ਸਾਡੇ ਇੱਥੇ ਕਈ ਲੜਕੀਆਂ ਨੇ GNM ਕੀਤੀ ਹੁੰਦੀ, ਕਈ ਲੜਕਿਆਂ ਨੇ ਕੀ ਹੁੰਦੀ, ਤਾਂ ਕਿਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਚਾਹੀਦਾ ਹੁੰਦਾ ਜਾਂ ਕਿ ਕਦੋਂ ਅਪਲਾਈ ਕਰ ਸਕਦੇ ਨੇ? ਦੇਖੋ ਅਗਰ ਮੈਂ ਉਹਨਾਂ ਸਟੂਡੈਂਟ ਦੀ ਗੱਲ ਕਰਾਂ ਜਿਨ੍ਹਾਂ GNM ਕੀਤੀ ਹੋਈ ਆ ਤਾਂ GNM ਤੋਂ ਬਾਅਦ ਤੁਹਾਨੂੰ ਫੁੱਲ ਡਿਗਰੀ ਲੈਣ ਦੀ ਲੋੜ ਨਹੀਂ ਹੈ। ਤੁਹਾਨੂੰ ਉਹਦੇ ਕ੍ਰੈਡਿਟਸ ਮਿਲ ਜਾਂਦੇ ਨੇ ਯੂਕੇ ਦੇ ਵਿੱਚ। ਤੁਸੀਂ GNM ਤੋਂ ਬਾਅਦ ਡਾਇਰੈਕਟਲੀ ਟੌਪ ਅਪ ਲਈ ਅਪਲਾਈ ਕਰ ਸਕਦੇ ਹੋ। ਟੌਪ ਅਪ ਦਾ ਮਤਲਬ ਇਹ ਹੈਗਾ
ਕਿ ਤੁਸੀਂ 1 ਸਾਲ ਸਿਰਫ ਹੋਰ ਪੜ੍ਹਨਾ ਹੈ ਔਰ ਤੁਹਾਨੂੰ ਪੂਰੀ ਦੀ ਪੂਰੀ ਡਿਗਰੀ ਮਿਲ ਜਾਣੀ ਹੈ। ਮੈਨੂੰ ਕਈ ਸਟੂਡੈਂਟ ਉੱਥੇ ਮਿਲੇ ਜਿਹੜੇ ਵਿਚਾਰੇ ਦੇਖੋ ਮੈਂ ਡਿਪੈਂਡ ਸਾਰਾ ਕੰਸਲਟੈਂਟ ਤੇ ਕਰਦਾ ਹੈ ਕਿ ਕੰਸਲਟੈਂਟ ਤੁਹਾਨੂੰ ਕਿਸ ਤਰ੍ਹਾਂ ਗਾਈਡ ਕਰ ਰਿਹਾ ਹੈ। ਬਿਲਕੁਲ ਪੂਰੀ ਜੀਐਨਐਮ ਕੀਤੀ ਹੈ ਬੱਚਿਆਂ ਨੇ, ਉਸ ਤੋਂ ਬਾਅਦ ਫਿਰ 3 ਸਾਲ ਦੀ ਬੈਚਲਰ ਕੀਤੀ ਹੈ। ਇਟ ਮੀਨਸ ਕਿ ਤੁਹਾਡੇ ਜਿਹੜਾ ਇੱਕ ਤਾਂ ਪੈਸਾ ਖਰਾਬ ਹੋਇਆ 2 ਸਾਲ ਹੋਰ, ਔਰ ਦੂਸਰਾ ਜਿਹੜਾ ਹੈਗਾ ਤੁਹਾਡਾ ਟਾਈਮ ਵੇਸਟ ਹੋਇਆ। ਉਹਨੇ 'ਚ ਤਾਂ ਤੁਸੀਂ ਜਿਹੜਾ ਹੈ ਅੱਗੇ ਵਰਕ ਪਰਮਿਟ ਤੇ ਹੋ ਜਾਣਾ ਸੀ। ਤਾਂ ਇਸ ਕਰਕੇ ਤੁਸੀਂ ਅਗਰ ਜੀਐਨਐਮ ਹੋਲਡਰ ਹੋ, ਤੁਸੀਂ 3 ਸਾਲ ਦੀ ਜੀਐਨਐਮ ਕੀਤੀ ਹੋਈ ਹੈ ਔਰ ਪਲੱਸ ਤੁਹਾਡੇ ਆਈਲੈਟਸ ਤੋਂ 6 ਨੋ ਲੈਸ ਦੈਨ 5.5 ਬੈਂਡ ਆ, ਤਾਂ ਤੁਸੀਂ ਜਿਹੜੇ ਹੈਗੇ ਆ ਡਾਇਰੈਕਟਲੀ ਟੌਪ ਅਪ ਪ੍ਰੋਗਰਾਮ ਲਈ ਜਾ ਸਕਦੇ ਹੋ। ਅਗਰ ਤੁਸੀਂ ਬੀਐਸਸੀ ਨਰਸਿੰਗ ਕੀਤੀ ਆ ਤਾਂ ਤੁਸੀਂ ਮਾਸਟਰ ਇਨ ਨਰਸਿੰਗ ਜਾਂ ਮਾਸਟਰ ਇਨ ਹੈਲਥ ਕੇਅਰ ਵਿੱਚ ਜਾ ਸਕਦੇ ਹੋ, ਜਿੱਥੇ ਤੁਹਾਡੀ ਬਹੁਤ ਹੀ ਅੱਛੀ ਆਪਸ਼ਨਸ ਨੇ। ਤੁਸੀਂ ਡਾਇਰੈਕਟਲੀ ਉੱਥੇ ਤੁਹਾਨੂੰ ਜੌਬ ਮਿਲਣ ਦੇ ਬਹੁਤ ਜ਼ਿਆਦਾ ਅੱਛੇ ਚਾਂਸਸ ਨੇ, ਬਹੁਤ ਅੱਛੀ ਅਰਨਿੰਗ ਹੈ ਉੱਥੇ, ਬਹੁਤ ਅੱਛੇ ਹਸਪੀਟਲਸ ਨੇ ਜਿੱਥੇ ਉਹਨਾਂ ਨੂੰ ਰਿਕੁਆਇਰਮੈਂਟ ਹੈਗੀ ਸਪੈਸ਼ਲੀ ਨਰਸਿਸ ਦੀ। ਜੀ ਕਿਉਂਕਿ ਕੋਵਿਡ ਦੇ ਦੌਰਾਨ ਉੱਥੇ ਨਰਸਿਸ ਦੀ ਬਹੁਤ ਲੋੜ ਹੈ। ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਤੁਸੀਂ ਆਪਣੀ ਫੈਮਿਲੀ ਨਾਲ ਜਲਦੀ ਸੈਟਲ ਹੋ ਸਕਦੇ ਹੋ, ਜਲਦੀ ਤੁਹਾਨੂੰ ਪੀਆਰ ਮਿਲ ਸਕਦੀ ਹੈ ਔਰ ਇਹ ਸਭ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਅੱਗੇ ਫਿਊਚਰ ਨੂੰ ਜਿਹੜੀਆਂ ਹੈ ਵਧੀਆ ਡਾਇਰੈਕਸ਼ਨ ਵੱਲ ਲੈ ਕੇ ਜਾਣਗੀਆਂ। ਜੀ ਬਿਲਕੁਲ। ਸਾਡੇ ਦਰਸ਼ਕ ਜਿਹੜੇ ਵੀ ਇਹ ਸ਼ੋਅ ਵੇਖ ਰਹੇ ਨੇ, ਅਗਰ ਤੁਸੀਂ ਯੂਕੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਖਾਸ ਤੌਰ ਤੇ ਅਗਰ ਜੀਐਨਐਮ ਸਟੂਡੈਂਟਸ ਦੀ ਗੱਲ ਕਰ ਲਈਏ ਜਾਂ ਤੁਸੀਂ ਸਪਾਊਸ ਵੀਜ਼ਾ ਤੇ ਜਾਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਇੱਕ ਵਾਰੀ ਜੋ ਹੈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਲੈ ਲਓ। ਤੇ ਇੱਥੇ ਆਪਾਂ ਅਗਰ ਗੱਲ ਕਰੀਏ, ਕਿਉਂਕਿ ਅਸੀਂ ਸਾਰੇ ਜਾਣਦੇ ਯੂਕੇ ਇੱਕ ਅਜਿਹੀ ਡੈਸਟੀਨੇਸ਼ਨ ਹੈ, ਕੰਟਰੀ ਹੈ ਜਿੱਥੇ ਸਪਾਊਸ ਵੀਜ਼ਾ ਵਿੱਚ ਲਗਾਉਂਦੇ ਆ ਤਾਂ ਦੋਵੇਂ ਇਕੱਠੇ ਜਾ ਸਕਦੇ ਨੇ। ਤਾਂ ਉਹਨਾਂ ਸਪਾਊਸ ਦੀ ਕੁਆਲੀਫਿਕੇਸ਼ਨ ਨੂੰ ਲੈ ਕੇ ਹਮੇਸ਼ਾ ਹੀ ਜੋ ਹੈ ਦਰਸ਼ਕ ਨੇ, ਸਟੂਡੈਂਟ ਨੇ, ਉਹ ਸਾਰੀ ਇਧਰੋਂ ਉਧਰੋਂ ਬਾਕੀ ਕੰਟਰੀਜ਼ ਦੀ ਜਾਣਕਾਰੀ ਨੂੰ ਵੀ ਮਿਕਸ ਕਰ ਲੈਂਦੇ ਨੇ। ਤਾਂ ਜ਼ਰੂਰ ਚਾਹਾਂਗੇ ਕਿ ਉਹ ਵੀ ਕਲੀਅਰ ਕਰੋ। ਦੇਖੋ ਮੈਂ ਤੁਹਾਨੂੰ ਇੱਕ ਹੋਰ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਾਂਗਾ ਫੈਮਿਲੀ ਨੂੰ ਲੈ ਕੇ ਕਿ ਜਿਹੜੇ ਵੀ ਸਟੂਡੈਂਟ ਅਸੀਂ ਭੇਜੇ ਨੇ, ਮੈਂ ਜਦੋਂ ਇਹਨਾਂ ਯੂਨੀਵਰਸਿਟੀ 'ਚ ਗਿਆ ਤੇ ਉਹਨਾਂ ਦੇ ਵਿੱਚ ਇੱਕ ਸੈਂਟਰ ਹੈਗੇ ਨੇ ਜਿੱਥੇ ਕੀ ਹੈਗਾ ਕਿ ਉਹ ਬੱਚਿਆਂ ਦੀ ਕੇਅਰ ਵਾਸਤੇ ਅਲੱਗ ਤੋਂ ਇੱਕ ਸੈਂਟਰ ਬਣੇ ਹੋਏ ਨੇ ਕਿ ਜਿਹੜੀਆਂ ਮਦਰਸ ਉੱਥੇ ਪੜ੍ਹਨ ਆਉਂਦੀਆਂ ਨੇ, ਉਹਨਾਂ ਦੇ ਅਗਰ ਕੋਈ ਬੇਬੀਜ਼ ਹੈਗੇ ਨੇ ਤਾਂ ਉਹ ਫ੍ਰੀ ਆਫ ਕਾਸਟ ਤੱਕ ਉੱਥੇ ਪੜ੍ਹ ਸਕਦੇ ਨੇ। ਫ੍ਰੀ ਆਫ ਕਾਸਟ ਤੁਸੀਂ ਤੁਹਾਡਾ ਬੱਚਾ 1st 2nd 3rd 4th 5th 6th 7th ਤੱਕ ਜਿਹੜਾ ਹੈ ਫ੍ਰੀ ਆਫ ਕਾਸਟ ਪੜ ਸਕਦਾ ਉੱਥੇ। ਔਰ ਦੂਸਰਾ ਕੀ ਅਗਰ ਬੱਚਾ ਬਹੁਤ ਛੋਟਾ ਹੈ ਤਾਂ ਜਿਵੇਂ ਸਾਡੇ ਇੱਥੇ ਕੇਅਰ ਸੈਂਟਰ ਹੈਗੇ ਨੇ ਬੱਚਿਆਂ ਦੇ, ਉੱਥੇ ਕੇਅਰ ਸੈਂਟਰ ਨੇ ਉਹ ਯੂਨੀਵਰਸਿਟੀ ਨੇ ਖੁਦ ਪ੍ਰੋਵਾਈਡ ਕੀਤੇ ਹੋਏ ਨੇ ਔਰ ਉਹ ਫ੍ਰੀ ਆਫ ਕਾਸਟ ਨੇ। ਉੱਥੇ ਉਹਨਾਂ ਨੇ ਆਪਣਾ ਗਵਰਨਮੈਂਟ ਨੇ ਇੱਕ ਜਿਹੜਾ ਹੈ ਉੱਥੇ ਅਪਾਇੰਟ ਕੀਤਾ ਹੋਇਆ ਉਹਨਾਂ ਦਾ ਪਰਸਨ ਹੋਏਗਾ ਔਰ ਜਿਹੜਾ ਫ੍ਰੀ ਆਫ ਕਾਸਟ ਜਿਹੜਾ ਹੈ ਤੁਹਾਡੇ ਬੱਚੇ ਦੀ ਟੇਕ ਕੇਅਰ ਕਰੇਗਾ ਜਿੰਨਾ ਚਿਰ ਤੁਸੀਂ ਕਲਾਸ ਲਗਾ ਰਹੇ ਹੋ। ਬਿਲਕੁਲ। ਤਾਂ ਇਸ ਕਰਕੇ ਅਗਰ ਫੈਮਿਲੀ ਨਾਲ ਜਾਂਦੇ ਹੋ, ਫੈਮਿਲੀ ਦੇ ਲਈ ਤੁਹਾਨੂੰ ਨਾਲ ਅਟੈਚ ਹੋ ਜਾਂਦਾ ਹੈ ਪਾਸਪੋਰਟ ਦੇ ਨਾਲ। ਤੁਸੀਂ ਅਗਰ ਤੁਹਾਡਾ ਮੇਨ ਐਪਲੀਕੈਂਟ ਦਾ ਵੀਜ਼ਾ ਆ ਜਾਂਦਾ ਹੈ ਤਾਂ ਫੈਮਿਲੀ ਦਾ ਵੀਜ਼ਾ ਵੀ ਸਾਡੇ ਬਹੁਤ ਲੱਗੇ ਹੋਏ ਨੇ। ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਚੈੱਕ ਕਰ ਸਕਦੇ ਹੋ, ਉੱਥੇ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਮਿਲੇਗੀ ਔਰ ਰਿਕੁਆਇਰਮੈਂਟ ਵੀ ਸੇਮ ਹੀ ਨੇ, ਰਿਕੁਆਇਰਮੈਂਟ ਦੀ ਕੋਈ ਡਿਫਰੈਂਸ ਨਹੀਂ ਹੈਗਾ। ਤੇ ਜ਼ਿਆਦਾ ਜਾਣਕਾਰੀ ਲਈ ਫਿਰ ਮੈਂ ਕਹਾਂਗਾ ਕਿ ਤੁਸੀਂ ਸਾਡੀ ਟੀਮ ਨੂੰ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਤਾਂ ਕਿ ਤੁਸੀਂ ਜਿਹੜਾ ਤੁਹਾਡਾ ਸੁਪਨਾ ਅਸੀਂ ਸਾਕਾਰ ਕਰ ਸਕੀਏ। ਜੀ ਬਿਲਕੁਲ ਜੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਪਣਾ ਜੋ ਹੁਣ ਯੂਕੇ ਜਾ ਕੇ ਆਏ ਉਹ ਵੀ ਐਕਸਪੀਰੀਅੰਸ ਸ਼ੇਅਰ ਕੀਤਾ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ। ਤੇ ਫਿਰ ਤੋਂ ਜਾਂਦੇ ਕਹਾਂਗੀ ਕਿ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਜ਼ਰੂਰ ਕਾਲ ਕਰ ਲਓ। ਤੇ ਚੰਡੀਗੜ੍ਹ ਸੈਕਟਰ 17 ਵਿੱਚ ਇਹਨਾਂ ਦਾ ਆਫਿਸ ਹੈ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਹਮੇਸ਼ਾ ਅਵੇਅਰ ਰਿਹਾ ਕਰੋ, ਕਿਹੜੇ ਵੀ ਕੰਸਲਟੈਂਟ ਕੋਲ ਜਾ ਰਹੇ ਹੋ ਜ਼ਰੂਰ ਧਿਆਨ ਦੇ ਨਾਲ ਆਪਣੀ ਪ੍ਰੋਫਾਈਲ ਨੂੰ ਲੈ ਕੇ ਡਿਸਕਸ ਕਰਦੇ ਰਿਹਾ ਕਰੋ, ਸਵਾਲ ਕਰਦੇ ਰਿਹਾ ਕਰੋ ਤਾਂ ਕਿ ਤੁਸੀਂ ਕਦੀ ਵੀ ਕਿਤੇ ਵੀ ਠੱਗੀ ਦਾ ਸ਼ਿਕਾਰ ਨਾ ਹੋਵੋ। ਤੇ ਜਾਂਦੇ ਇੱਕ ਵਾਰ ਫਿਰ ਤੋਂ ਇਜਾਜ਼ਤ ਵੀ ਲੈ ਲੈਂਦੇ ਹਾਂ ਤੁਹਾਡੇ ਤੋਂ, ਤੁਹਾਡਾ ਧੰਨਵਾਦ ਵੀ ਕਰਦੇ ਹਾਂ ਤੁਸੀਂ ਇਹ ਜਾਣਕਾਰੀ ਸਾਂਝੀ ਕੀਤੀ। ਤੇ ਤੁਹਾਨੂੰ ਇੱਕ ਵਾਰ ਫਿਰ ਤੋਂ ਯੂਕੇ ਦੇ ਨਜ਼ਾਰਿਆਂ ਤੇ ਛੱਡਦੇ ਹਾਂ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। नमस्कार, मैं गुरतेज संधू ईजीवे कंसल्टेंसी प्राइवेट लिमिटेड तो मैं आपको बताना चाहता हूं कि हम काफ़ी टाइम से जो है अलग अलग कंट्रीज़ के वीज़ा के लिए काम करते हैं और रेगुलर जो है फेसबुक पे आपको अपडेट देते रहते हैं कि किस कंट्री में क्या चीज़ नहीं है, किस कंट्री में कौन से वीज़ा कैसे जल्दी लग रहे हैं। तो इसके लिए जैसे ही हमारे पास कोई नई चीज़ आती है तो हम आपको इंट्रोड्यूस करवाने की कोशिश करते हैं। तो आज हमारे साथ मिस्टर दीपक जी हैं जो कि MSM से हैं और ये USA यूनिवर्सिटीज़ को देखते हैं और ईजीवे के साथ जुड़े हुए हैं। ईजीवे इनके काफ़ी इंस्टीट्यूट को प्रमोट करता है और इसमें USA की बहुत सारी यूनिवर्सिटीज़ हैं जो जिनके बारे में ये बताएंगे। और मैं आपको बताना चाहता हूँ कि USA में वीज़ा की रेशो काफ़ी अच्छी आ रही है। जो स्टूडेंट USA अप्लाई करना चाहते हैं उनके लिए ये चीज़ जो है बहुत ही बढ़िया साबित हो सकती है अगर वो इसको ध्यान से सुनते हैं। तो दीपक जी के पास इनके लिए बहुत सारी ऑप्शंस हैं जो वो ईजीवे की टीम को जो है प्रॉपर गाइडेंस देते हैं हमारे को कि कैसे बच्चों को जो है आप कैसे एडमिशन ले सकते हो, कैसे उनको वीज़ा तक पहुंचा सकते हो और कैसे जो है उनकी क्या क्या क्वालिफिकेशन चाहिए, क्या क्या उनकी एडमिशन क्राइटेरिया है, वो सब चीज़ें जो है वो हमें बताएंगे। तो मैं दीपक जी से जानना चाहूँगा कि प्लीज़ आप
आप अपने आप को पहले तो इंट्रोड्यूस करवाइए और बाद में बताइए कि कौन कौन सी ऑप्शन है आपके पास यूएसए में जो इजी वे की तरफ से जो है इजी वे उनको बच्चों को इंट्रोड्यूस कर सकता है। So first of all, thank you very much, Gurtej ji. Welcome ji. मुझे easy way में बुलाने के लिए and for this wonderful interaction that we are having today. Yes. Surely, like MSM, we are directly associated with all these top institutions of US. और ये one of the finest institutions है अगर हम बात करें, which is like covering all the prime locations of US. काफी सारे students आते हैं जो कहते हैं कि सर मेरे को कैलिफोर्निया जाना है. Then we have institutions in California, Washington DC, Washington State, New York, Vermont, you talk about Carolina or you talk about Massachusetts. You'll find like finest associations and finest programs in all these areas. Yeah. Right? And काफी सारे students गुरतेज जी हमारे पास आते हैं, वो कहते हैं कि सर मैं इतना बैंड स्कोर नहीं कर पाया, राइट? सो वहां पर गुरतेज जी आपने भी देखा है कि यूएस बिकम्स अ वेरी इजी एंट्री. कहीं ना कहीं 5.5 पे भी यूएस इज एक्सेप्टिंग द एप्लीकेशन, राइट? सो विच इज लाइक अमेजिंग, एक्सीलेंट, राइट? एंड लोकेशंस one of the finest. Yes. And further अगर हम बात करते हैं, बहुत सारे स्टूडेंट्स का ये रहता है कि काफी इंस्टीट्यूशंस यूएस के जो हैं वो एक्सपेंसिव है. बट मैं एक चीज आपसे शेयर करना चाहूंगा कि बहुत सारे जो हमारे पास इंस्टीट्यूशंस हैं, एवरी इंस्टीट्यूशन इज ऑफरिंग scholarships to the students, or one of the finest scholarships, right? From ranging from like 10,000 to even 40,000 का scholarship every year after year. मतलब आप ग्रेजुएशन प्रोग्राम के लिए जा रहे हैं और you are going to get a scholarship which is worth like $20,000 or $15,000. You are going to get it for every year in next like 4 years, right? So how amazing this is going to be, right, Gurtej ji? Yes. जैसे सर ने आपको बताया कि देखिए स्कॉलरशिप इट मीन्स कि आपको कितना ज़्यादा फीस में डिस्काउंट मिल रहा है. इट मीन्स कि अगर मैं अभी पहले इनसे बात कर रहा था तो इन्होंने एक दो कॉलेज के मेरे को नाम इंट्रोड्यूस किए. तो दे सेइंग कि इट मीन्स कि 50% स्कॉलरशिप, इट मीन्स कि यू नीड टू पे ओनली $10,000 फॉर वन कॉलेज फॉर 1 year. सो दैट इज अ वेरी गुड प्राइस आई विल से. तो अगर आपको $10,000 में वन ईयर की फीस यूएसए में मिल रही है तो इससे बढ़िया मैं कहता हूँ कुछ नहीं हो सकता. अगर आप ऑस्ट्रेलिया की बात कर लो, अगर आप कनाडा की बात कर लो, अगर आप और अच्छी कंट्री जर्मनी की बात कर लो, तो इस लेवल की फीस जो है आपको बहुत कम मिलती है मैं कहूँगा. और इतने कम पैसों के साथ अगर आप यूएसए पहुंच के आप अपना वहाँ करियर शुरू कर सकते हो, आप अपनी स्टडी शुरू कर सकते हो, तो इससे बेटर कुछ नहीं है. और मैं इसके बाद मैं जानना चाहूँगा कि कौन कौन से एरियाज हैं जहाँ पे स्टूडेंट्स को एडमिशन मिल सकती है, क्योंकि हर एक स्टूडेंट का अपना एक टेस्ट है. कोई बच्चे किसी लाइन में अपना करियर बनाना चाहते हैं, कोई किसी लाइन में बनाना चाहते हैं. तो हम उन चीज़ों को यहाँ डिस्कस जरूर करेंगे, क्योंकि जिन बच्चों का सपना है कि मैं कल को एक अच्छा शेफ बन जाऊँ, मैं कल को एक अच्छा बिजनेसमैन बन जाऊँ, मैं एक अच्छा इंजीनियर बन जाऊँ, या मैं कुछ और अपना जो लाइफ का एक एम है, नर्सिंग के लिए मैं बोलना चाहूँगा, डॉक्टर्स के लिए बोलना चाहूँगा. तो यूएसए में ऐसी कौन कौन सी ऑप्शंस हैं जहाँ पे अगर स्टूडेंट हमारे पास आता है हम उनको वो ऑप्शन दे सकते हैं ताकि वो कल को अपना जो सपना है उसको साकार कर पाए. Absolutely, it's a wonderful question, गुरतेज जी, क्योंकि बहुत सारे स्टूडेंट्स बहुत स्पेसिफिक प्रोग्राम्स के लिए आते हैं. आपने बात किया नर्सिंग का. नर्सिंग के लिए वी हैव वन ऑफ द फाइनेस्ट इंस्टीट्यूशन जो कि पब्लिक यूनिवर्सिटी है. इट्स कैसल्टन यूनिवर्सिटी इन वेरमॉन्ट, राइट? एंड दे हैव अ सेपरेट कैंपस ऑल टुगेदर. सो एंड विद ऑल द फैसिलिटीज, and students get a lot of hands-on experience in those facilities, plus they get a chance to work with the local hospitals. So that's the finest thing that a student can get. 600 hours of working in the local hospitals, and after that students can apply for their licentiate programs as well. Right? So that's the amazing part. And you were talking about hospitality also. Yes. So the same university, Castleton, which is a public university, and one of the finest thing, they are accepting applications without IELTS. They are basically accepting applications with MOI, right? And medium of instruction. If you have studied
in your 12th in English medium, then there is no need to appear for English proficiency test. So you need only MOI. Absolutely, just MOI, not even percentage they are asking for, right? Like there are not many times when students ask us, like, sir, how much percentage we need to have in +2 so that we can apply for these institutions? Yes. No percentage. No percentage. Just you need MOI, that's it.